ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਸਥਾਨਕ ਕੁਝ ਐਸੇ ਮੁੱਦੇ ਜਿਨ੍ਹਾਂ ਨੂੰ ਬਤੌਰ ਕੈਨੇਡੀਅਨ ਅਸੀਂ ਦੇਖਦੇ ਹਾਂ, ਮਹਿਸੂਸ ਕਰਦੇ ਹਾਂ ਅਤੇ ਜਿਨ੍ਹਾਂ 'ਤੇ ਚਿੰਤਾ ਦਾ ਇਜ਼ਹਾਰ ਵੀ ਹੋ ਰਿਹਾ ਹੈ, ਉਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਕੁਝ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚੋਂ ਕੁਝ ਐਸੀਆਂ ਘਟਨਾਵਾਂ ਹਨ ਜਿਹੜੀਆਂ ਹਾਲ ਹੀ ਦੇ ਵਿੱਚ ਵਾਪਰੀਆਂ ਨੇ। ਸਰੀ ਮੈਮੋਰੀਅਲ ਹਸਪਤਾਲ 'ਚ ਇੱਕ ਔਰਤ ਜੋ ਗਰਭਵਤੀ ਸੀ, ਜਿਹੜੀ ਲਗਾਤਾਰ ਹਸਪਤਾਲ 'ਚ ਜਾਂਦੀ ਰਹੀ, ਦੁਸ਼ਵਾਰੀਆਂ ਚੱਲਦੀ ਰਹੀ, ਆਖਿਰਕਾਰ ਉਸ ਨੂੰ ਕਿਸ ਤਰੀਕੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਬਾਲ ਨੂੰ ਜਨਮ ਦੇਣਾ ਪਿਆ ਇੱਕ ਜ਼ਮੀਨ 'ਤੇ, ਫਰਸ਼ 'ਤੇ। ਅਤੇ ਉਹ ਸਾਰਾ ਇੱਕ ਦੁਖਦਾਈ ਘਟਨਾ ਇੱਕ ਸਿਸਟਮ ਦੇ ਉੱਪਰ ਸਵਾਲੀਆ ਚਿੰਨ੍ਹ ਲਾਉਂਦਾ ਹੈ ਕਿ ਅਸੀਂ ਕੈਨੇਡਾ ਦੇ ਇੱਥੋਂ ਦੇ ਹੈਲਥ ਸਿਸਟਮ ਨੂੰ ਵਧੀਆ ਕਹਿੰਦੇ ਹਾਂ, ਪਰ ਹਸਪਤਾਲਾਂ ਦਾ ਕੀ ਹਾਲ ਹੈ? ਕਿ ਉਹ ਖਾਸ ਹਸਪਤਾਲ ਹੀ ਹਨ ਜਿੱਥੇ ਬਹੁ ਗਿਣਤੀ ਜਾਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਇਮੀਗ੍ਰੈਂਟ ਭਾਈਚਾਰੇ ਦੇ ਲੋਕ ਰਹਿੰਦੇ ਨੇ? ਕਿ ਉੱਥੇ ਸਹੂਲਤਾਂ ਦੀ ਲੋੜ ਨਹੀਂ ਹੈ, ਜਾਂ ਉਹ ਦੂਸਰੇ ਜਾਂ ਤੀਸਰੇ ਪੱਧਰ ਦੇ ਨਾਗਰਿਕ ਨੇ, ਜਾਂ ਹਰ ਪਾਸੇ ਹੀ ਇਹ ਹਾਲ ਹੈ, ਜਾਂ ਇਸ ਦੇ ਵਿੱਚ 2 ਟੀਅਰ ਸਿਸਟਮ ਕੰਮ ਕਰਦਾ ਹੈ? ਇਸੇ ਤਰੀਕੇ ਨਾਲ ਹੀ ਹੜ੍ਹਾਂ ਦੀ ਹਾਲਤ ਜੋ ਹੋਈ, ਅਜੇ ਤੱਕ ਲੋਕ ਇਸ ਗੱਲ 'ਤੇ ਫਿਕਰਮੰਦ ਨੇ ਜਿਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਸੀ, ਦਿੱਤੀ ਜਾਣੀ ਚਾਹੀਦੀ ਸੀ। ਅਜੇ ਗੱਲਾਂ ਬਾਤਾਂ 'ਚ ਹੀ ਉਸ ਰਿਕਮੈਂਡੇਸ਼ਨ ਦੇ ਵਿੱਚ ਹੀ ਸਿਲਸਿਲਾ ਚੱਲ ਰਿਹਾ ਹੈ ਅਤੇ ਲੋਕ ਪਰੇਸ਼ਾਨੀ ਦੇ ਵਿੱਚੋਂ ਦੀ ਲੰਘ ਰਹੇ ਨੇ ਕਿ ਜਿੰਨਾ ਨੁਕਸਾਨ ਪਿਛਲੇ ਸਮੇਂ ਹੜ੍ਹਾਂ ਦਾ ਹੋਇਆ, ਉਸ ਲਈ ਕੀ ਸਰਕਾਰਾਂ ਜ਼ਿੰਮੇਵਾਰ ਨਹੀਂ? ਜਦੋਂ ਇਸ ਗੱਲ ਦਾ ਪਤਾ ਸੀ ਕਿ ਇਸ ਤਰ੍ਹਾਂ ਬੰਨ੍ਹ ਟੁੱਟ ਸਕਦੇ ਨੇ, ਪਤਾ ਸੀ ਕਿ ਇਹ ਜਿਹੜਾ ਹੈ ਬਾਕਾਇਦਾ ਲੇਕ ਦਾ ਇਲਾਕਾ, ਜਿਸ ਕਿਸਮ ਦਾ ਇੱਥੇ ਪ੍ਰਬੰਧ ਚਾਹੀਦਾ ਸੀ ਉਹ ਕੀਤਾ ਜਾਵੇ, ਜਾਂ ਉਹ ਜਿਹੜੇ ਪੰਪ ਆਦਿ ਨੇ ਉਹ ਲਾਏ ਜਾਣ। ਫਿਰ ਉਹਨਾਂ ਤੋਂ ਬਾਅਦ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਲਈ ਕੀ ਪ੍ਰਬੰਧ ਕੀਤੇ ਗਏ? ਹੁਣ ਤਾਜ਼ਾ ਇੱਕ ਹੋਰ ਘਟਨਾ ਜਿਹੜੀ ਹਾਈਵੇ ਦੀ ਸਥਿਤੀ ਹੈ, ਇਹੋ ਜਿਹੇ ਮੌਸਮ ਦੇ ਵਿੱਚ ਜਿਵੇਂ ਥਾਂ ਥਾਂ ਤੋਂ ਹਾਈਵੇ ਦਾ ਟੁੱਟਿਆ ਹੋਣਾ, ਹਾਦਸੇ ਹੋਣੇ, ਜਾਨਾਂ ਜਾਣੀਆਂ, ਜਿਨ੍ਹਾਂ ਦੇ ਕਾਰਨ ਲੋਕ ਬੜੇ ਪਰੇਸ਼ਾਨ ਨੇ ਅਤੇ ਇਸ ਸੰਤਾਪ ਦੇ ਵਿੱਚੋਂ ਦੀ ਲੰਘ ਰਹੇ ਨੇ। ਉਹਨਾਂ ਦੇ ਵਾਸਤੇ ਆਵਾਜ਼ ਉਠਾਉਣ ਵਾਲਾ ਕੌਣ ਹੈ? ਕਿ ਪ੍ਰੋਵਿੰਸ਼ੀਅਲ ਜਾਂ ਫੈਡਰਲ ਪੱਧਰ 'ਤੇ ਇਸ ਦੇ ਲਈ ਕੋਈ ਆਵਾਜ਼ ਉੱਠ ਰਹੀ ਹੈ? ਹੁਣ ਉਹ ਰੈਲੀ ਵੀ ਕੱਢ ਰਹੇ ਨੇ 22 ਤਾਰੀਖ ਨੂੰ, ਇਸ ਗੱਲ ਦੇ ਲਈ ਆਵਾਜ਼ ਵੀ ਉਠਾ ਰਹੇ ਨੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਸ ਦੇ ਵਿੱਚ ਆਪਣਾ ਹਾਂ ਦਾ ਨਾਅਰਾ ਮਾਰੀਏ। ਸੋ ਇਹਨਾਂ ਮੁੱਦਿਆਂ 'ਤੇ ਵਿਚਾਰ ਕਰਨ ਲਈ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਮਹਿਮਾਨ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ, ਜੋ ਇਹਨਾਂ 'ਤੇ ਰੌਸ਼ਨੀ ਪਾਉਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਾਸ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ। ਸ਼ੁਕਰੀਆ ਜੀ। ਸਰੀ ਹਸਪਤਾਲ ਤੋਂ ਗੱਲ ਸ਼ੁਰੂ ਕਰਦੇ ਹਾਂ ਕਿ ਇੱਕ ਜਿਹੜੀ ਪੰਜਾਬਣ ਔਰਤ ਜਿਸ ਤਰੀਕੇ ਨਾਲ ਜੋ ਦੁਸ਼ਵਾਰੀਆਂ ਦੇ ਵਿੱਚੋਂ ਦੀ ਲੰਘੀ, ਉਹ ਇੱਕ ਬੜਾ ਦੁਖਦਾਈ ਪੂਰਾ ਇੱਕ ਵਰਤਾਰਾ ਹੈ। ਥੋੜ੍ਹਾ ਉਸ ਦੇ ਪਿਛੋਕੜ ਅਤੇ ਉਹ ਸਾਰੀ ਘਟਨਾ ਬਾਰੇ ਜ਼ਰੂਰ ਦੱਸੋ। ਗੱਲ ਅਸਾਂ ਗੁਰਦਾਸ ਸਿੰਘ ਜੀ ਕਿ ਇਸ ਔਰਤ ਨਾਲ ਇੱਦਾਂ ਹੋਇਆ ਸੀ, ਜਿੰਨਾ ਕਿ ਮੀਡੀਆ ਦੀ ਰਿਪੋਰਟ ਆਈ, ਕਿ ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜੀ। ਮੈਂ ਉਹਨੂੰ ਇੰਟਰਵਿਊ ਵੀ ਕਰਨਾ ਚਾਹੁੰਦਾ ਸੀਗਾ, ਪਰ ਉਹਨਾਂ ਨੇ ਮੈਨੂੰ ਕੋਈ ਹੁੰਗਾਰਾ ਦਿੱਤਾ ਨਹੀਂ। 2 ਵਾਰੀ ਮੈਂ ਟਰਾਈ ਕਰ ਚੁੱਕਿਆ। ਇੱਕ ਵਾਰੀ ਉਹਨਾਂ ਦਾ ਫੋਨ ਵੀ ਆਇਆ, ਵਿੱਚ ਹੀ ਗੱਲ ਟੁੱਟ ਗਈ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜੀ। ਖੈਰ ਉਹਨਾਂ ਦੀ ਕੀ ਮਜਬੂਰੀ ਉਹਨਾਂ ਨੂੰ ਪਤਾ ਹੋਊਗਾ, ਪਰ ਕਹਾਣੀ ਜਿਹੜੀ ਮੀਡੀਆ 'ਚ ਆਈ ਉਹ ਇਹ ਸੀ ਕਿ ਉਹ ਬੀਬੀ ਦਾ ਜਿਹੜਾ ਜਦੋਂ ਬੱਚਾ ਹੋਣ ਵਾਲਾ ਸੀ, ਸਰੀ ਮੁਰਲ ਹਸਪਤਾਲ ਜਾਂਦੀ 3 ਵਾਰੀ ਉਸ ਨੂੰ ਮੋੜਿਆ ਗਿਆ ਦਰਦ ਦੀਆਂ ਗੋਲੀਆਂ ਦੇ ਕੇ। ਚੌਥੀ ਵਾਰੀ ਆ ਕੇ ਹਸਪਤਾਲ ਦੇ ਫਰਸ਼ 'ਤੇ ਉਸਨੇ ਬੱਚੇ ਨੂੰ ਜਨਮ ਦਿੱਤਾ, ਜਿਹੜਾ ਕਿ ਬਹੁਤ ਦੁਖਦਾਈ ਅਤੇ ਸ਼ਰਮਨਾਕ ਸੀ। ਜਦੋਂ ਇਹ ਮਾਮਲਾ ਰੌਸ਼ਨੀ 'ਚ ਆਇਆ, ਜ਼ਾਹਿਰ ਤੌਰ 'ਤੇ ਫਰੇਜ਼ਰ ਹੈਲਥ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹਨਾਂ ਨੂੰ ਮਾਫੀ ਮੰਗਣੀ ਪੈ ਗਈ। ਅਜੇ ਉਹ ਮਾਮਲਾ ਠੰਡਾ ਨਹੀਂ ਸੀ ਪਿਆ ਕਿ 2 ਹੋਰ ਬੀਬੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਇਹ ਕਹਾਣੀ ਬਿਆਨ ਕੀਤੀ ਕਿ ਸਾਡੇ ਨਾਲ ਵੀ ਅਜਿਹਾ ਕੁਝ ਵਾਪਰ ਚੁੱਕਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਰੀ ਮੁਰਲ ਹਸਪਤਾਲ ਦੇ ਵਿੱਚ ਗਾਏ ਬਗਾਏ ਇਹੋ ਜਿਹੇ ਕੇਸ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ। ਇਹ ਅਸਲ 'ਚ ਮਸਲਾ 2-3 ਤਰੀਕੇ ਨਾਲ ਵਿਚਾਰਨ ਵਾਲਾ। ਪਹਿਲੀ ਗੱਲ ਇਹ ਆ ਕਿ ਸਰੀ ਬਾਰੇ ਕਿਹਾ ਜਾਂਦਾ ਕਿ ਫਾਸਟੈਸਟ ਗਰੋਇੰਗ ਮਿਊਨਿਸਪੈਲਿਟੀ ਆ। ਆਬਾਦੀ ਸਰੀ ਦੀ ਵੱਧ ਗਈ ਔਰ ਹੋਰ ਵੱਧ ਰਹੀ ਹੈ। ਹਸਪਤਾਲ ਤਾਂ ਇੱਥੇ ਚਾਹੀਦੇ 2 ਜਾਂ 3, ਇੱਕੋ ਹਸਪਤਾਲ ਦੇ ਸਿਰ ਗੁਜ਼ਾਰਾ ਚੱਲੀ ਜਾਂਦਾ। ਇਹਦੇ ਮੁਕਾਬਲੇ ਵੈਂਕੂਵਰ 'ਚ ਕਿੰਨੇ ਹਸਪਤਾਲ ਨੇ? ਸੋ ਸਰੀ ਵਿੱਚ ਤਾਂ ਕਾਫੀ ਦੇਰ ਤੋਂ ਰੌਲਾ ਪੈ ਰਿਹਾ ਸੀ ਕਿ ਸਾਨੂੰ ਹਸਪਤਾਲ ਇੱਕ ਨਾਲ ਸਾਡਾ ਨਹੀਂ ਸਰਨਾ, ਦੂਜਾ ਹਸਪਤਾਲ ਪਤਾ ਨਹੀਂ ਕਦੋਂ ਬਣ ਕੇ ਤਿਆਰ ਹੋਊਗਾ। ਉਹਦੇ ਬਾਰੇ ਖਬਰਾਂ ਆਉਂਦੀਆਂ ਰਹਿੰਦੀਆਂ, ਅੱਜ ਫੀਤੀ ਕੱਟਦੀ, ਅੱਜ ਜੀ ਰਿਬਨ ਕੱਟ ਦਿੱਤਾ, ਬਸ ਇਹੀ ਖਬਰਾਂ ਆਉਂਦੀਆਂ, ਜਾਂ ਅੱਜ ਥਾਂ ਲੱਭ ਲਈ ਗਈ, ਅੱਜ ਉੱਥੇ ਨੀਂਹ ਪੱਥਰ ਰੱਖ ਦਿੱਤਾ ਗਿਆ। ਕਿਸ਼ਤਾਂ 'ਚ ਮੀਂਗਣਾ ਪਾਵਾ ਕੇ ਕੰਮ ਹੋ ਰਿਹਾ। ਕਿੰਨਾ ਚਿਰ ਲੱਗੂਗਾ ਸਾਨੂੰ ਪਤਾ ਨਹੀਂ, ਪਰ ਲੋਕਾਂ ਨੂੰ ਰਾਹਤ ਚਾਹੀਦੀ ਹੈ। ਲੋਕ ਬਹੁਤ ਦੁਖੀ ਨੇ ਅਤੇ ਸਰੀ ਦੇ ਵਿੱਚ ਤਾਂ ਇਹ ਬੜੇ ਚਿਰ ਤੋਂ ਮੰਗ ਰਹੀ ਹੈ ਕਿ ਇੱਕ ਸਾਨੂੰ ਹਸਪਤਾਲ ਐਡੀਸ਼ਨਲ ਦਿਓ, ਕਿਉਂਕਿ ਇੱਕ ਹਸਪਤਾਲ ਨਾਲ ਸਾਡਾ ਸਰ ਨਹੀਂ ਰਿਹਾ। ਲੋਕ ਵਾਈਟ ਰੌਕ ਜਾਣ ਲਈ ਮਜਬੂਰ ਨੇ, ਲੋਕ ਜਿਹੜਾ ਰਾਇਲ ਕੋਲੰਬੀਆ ਜਾਣ ਲਈ ਮਜਬੂਰ ਨੇ, ਵੈਂਕੂਵਰ ਜਾਣ ਲਈ ਮਜਬੂਰ ਨੇ। ਹੁਣ ਆ ਜਾਂਦਾ ਵੱਡਾ ਸਵਾਲ, ਇਹ ਤਾਂ ਹੋ ਗਿਆ ਕਿ ਇਲਾਕੇ ਦੀ ਗੱਲ। ਵੱਡਾ ਸਵਾਲ ਇਹ ਹੈ ਕਿ ਅਸੀਂ ਕੈਨੇਡਾ ਦੀ ਮਿਸਾਲ ਦਿੰਦੇ ਹਾਂ ਸਾਰੇ ਸੰਸਾਰ ਦੇ ਵਿੱਚ। ਹਾਂਜੀ। ਕਿ ਸਾਡਾ ਯੂਨੀਵਰਸਲ ਹੈਲਥ ਕੇਅਰ ਜਿਹੜਾ ਉਹ ਬੇਮਿਸਾਲ ਆ। ਬਿਲਕੁਲ। ਯੂਨੀਵਰਸਲ ਹੈਲਥ ਕੇਅਰ ਦਾ ਹਾਲ ਹੁਣ ਇਹ ਹੋ ਗਿਆ ਕਿ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਇੱਕ ਔਰਤ ਨੂੰ ਫਰਸ਼ ਦੇ ਬੱਚੇ ਨੂੰ ਜਨਮ ਦੇਣਾ ਪਵੇ, ਉਹ ਵੀ ਚੌਥੀ ਵਾਰੀ ਆ ਕੇ। ਪਹਿਲਾਂ 3 ਵਾਰੀ ਉਸ ਨੂੰ ਮੋੜ ਦਿੱਤਾ ਗਿਆ।
ਕਿਸੇ ਥਰਡ ਵਰਲਡ ਮੁਲਕ ਦੇ ਵਿੱਚ ਤਾਂ ਇਹ ਗੱਲਾਂ ਸੁਣਨ ਨੂੰ ਆ ਸਕਦੀਆਂ। ਸਰੀ ਵਿੱਚ ਇਹ ਸਮਾਚਾਰ ਸੁਣਨ ਨੂੰ ਮਿਲੇ ਕੋਈ ਬਹੁਤ ਚੰਗੀ ਗੱਲ ਨਹੀਂ ਜੀ। ਔਰ ਕੱਲਾ ਮਾਮਲਾ ਸਰੀ ਦਾ ਨਹੀਂਗਾ, ਕੱਲਾ ਬੀਬੀ ਪਵਨਦੀਪ ਦਾ ਮਾਮਲਾ ਵੀ ਹੈ ਨਹੀਂਗਾ। ਇਹਨਾਂ ਦਿਨਾਂ ਵਿੱਚ ਜਿਹੜੇ ਪਛੜੇ ਹੋਏ ਇਲਾਕੇ ਨੇ, ਪੇਂਡੂ ਇਲਾਕੇ ਨੇ BC ਦੇ, ਉੱਥੋਂ ਵੀ ਇਹੋ ਜਿਹੇ ਸਮਾਚਾਰ ਮਿਲੇ ਨੇ ਕਿ ਜਿੱਥੇ ਮਰੀਜ਼ਾਂ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਹੋਈ ਹੈ। ਐਂਬੂਲੈਂਸਾਂ ਵਿਹਲੀਆਂ ਖੜੀਆਂ ਨੇ, ਪੈਰਾਮੈਡਿਕ ਸਟਾਫ ਹੈ ਨਹੀਂਗਾ, ਨਰਸਾਂ ਦੀ ਘਾਟ ਹੈ, ਡਾਕਟਰਾਂ ਦੀ ਘਾਟ ਹੈ, ਉਹ ਘਾਟ ਰੜਕ ਰਹੀ ਹੈ। ਉਸ ਦੇ ਬਾਰੇ 'ਚ ਅਖਬਾਰਾਂ 'ਚ ਲੇਖ ਵੀ ਛਪ ਰਹੇ ਨੇ ਕਿ ਕਿੰਨੇ ਵਿਦੇਸ਼ੀ ਡਾਕਟਰ ਨਰਸਾਂ ਇੱਥੇ ਆਏ ਹੋਏ ਜਿਨ੍ਹਾਂ ਨੂੰ ਤੁਸੀਂ ਆਪਣੇ ਸਿਸਟਮ 'ਚ ਲੈ ਸਕਦੇ ਹੋ ਜੀ, ਜਿਹੜੇ ਹੋਰ ਕਿੱਤਿਆਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੇ ਆਪਣਾ। ਸੋ ਕੁੱਲ ਮਿਲਾ ਕੇ ਪੂਰੇ ਕੈਨੇਡਾ ਦੇ ਜਿਹੜੇ ਹਾਲਾਤ ਜੇ ਨਿਗਾਹ ਮਾਰੀਏ ਔਰ BC ਵੱਲ ਵੇਖੀਏ ਤਾਂ ਸ਼ਰਮ ਨਾਲ ਸਿਰ ਝੁਕਦਾ ਕਿ ਜਿਹੜੇ ਮੁਲਕ ਦੇ ਯੂਨੀਵਰਸਲ ਹੈਲਥ ਕੇਅਰ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹੁਣ, ਉਹਦਾ ਹੁਣ ਕੀ ਬਣੂਗਾ। ਇਹਦੇ ਲਈ ਜ਼ਾਹਰਾ ਤੌਰ 'ਤੇ ਤਕਰੀਬਨ ਸਾਰੀਆਂ ਪਾਰਟੀਆਂ, ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ। ਕਿਧਰੇ ਨਾ ਕਿਧਰੇ ਕੋਈ ਨਾ ਕੋਈ ਕੰਪਰੋਮਾਈਜ਼ ਇਸ ਕਿਸਮ ਦਾ ਚੱਲ ਰਿਹਾ ਕਿ ਹਾਲਾਤ ਇਹੋ ਜਿਹੇ ਬਣਾਏ ਜਾ ਰਹੇ ਆ ਕਿ 2 ਟੀਅਰ ਸਿਸਟਮ ਇੱਥੇ ਆਉਣ ਵੜੇ ਜਾਂ ਹੋਰ ਜ਼ਿਆਦਾ ਮਜ਼ਬੂਤ ਹੋਵੇ, ਕਿ ਲੋਕਾਂ ਕੋਲ ਇਹ ਆਲਟਰਨੇਟਿਵ ਹੋਵੇ ਕਿ ਪੈਸੇ ਦੇ ਕੇ ਇਲਾਜ ਕਰਵਾ ਲਈਏ। ਜੇ ਲੋਕਾਂ ਨੂੰ ਰਾਹਤ ਮਿਲਦੀ ਲੋਕੀ ਚਾਹਣਗੇ ਜੀ। ਵੈਸੇ ਵੀ ਇੱਥੋਂ ਲੋਕ ਬਾਹਰ ਜਾ ਕੇ ਇਲਾਜ ਕਰਾਉਂਦੇ ਆ, ਕੋਈ ਇੰਡੀਆ ਜਾ ਕੇ ਕਰਾਉਂਦਾ, ਕੋਈ ਕਿਸੇ ਹੋਰ ਮੁਲਕ ਜਾ ਕੇ ਕਰਾ ਕੇ ਆਉਂਦਾ। ਸੋ 2 ਟੀਅਰ ਸਿਸਟਮ ਇੱਕ ਤਰੀਕੇ ਨਾਲ ਚੱਲ ਰਿਹਾ, ਨਜ਼ਰ ਨਹੀਂ ਆ ਰਿਹਾ, ਪਰ ਉਹ ਫੈਲ ਰਿਹਾ ਜਿਸ ਤਰੀਕੇ ਨਾਲ ਉਸਦੀ ਮੰਗ ਫੈਲ ਰਹੀ। ਕਿਧਰੇ ਨਾ ਕਿਧਰੇ ਏਜੰਡਾ ਕੰਮ ਕਰ ਰਿਹਾ। ਟੋਰੀ ਪਾਰਟੀ ਵਾਲੇ, ਰਾਈਟ ਵਿੰਗ ਪਾਰਟੀ ਨੇ ਇਹੀ ਚਾਹਣਗੀਆਂ। ਲਿਬਰਲ ਦਾ 16 ਸਾਲ ਰਾਜ ਰਿਹਾ ਜਿਹਦੇ ਕਰਕੇ ਕੁਝ ਨਹੀਂ ਮਿਲਿਆ। ਹੁਣ ਆ ਜੀ NDP ਸਰਕਾਰ ਹੈ BC 'ਚ, ਜਿਹਦੇ ਕਰਕੇ ਸਾਨੂੰ ਗਿਲਾ ਜ਼ਿਆਦਾ ਔਰ ਸ਼ਰਮ ਵੀ ਜ਼ਿਆਦਾ ਮਹਿਸੂਸ ਹੁੰਦੀ। NDP ਉਹ ਪਾਰਟੀ ਹੈ ਗੁਰਵਿੰਦਰ ਸਿੰਘ ਜੀ ਜਿਸ ਦਾ ਪੁਰਾਣਾ ਰੂਪ ਸੀ CCF, ਜਿਸ ਦੇ ਬਹੁਤ ਵੱਡੇ ਕੱਦ ਵਾਲੇ ਆਗੂ ਹੁੰਦੇ ਸੀਗੇ ਟੌਮੀ ਡਗਲਸ, ਜਿਹੜੇ ਬਾਅਦ 'ਚ ਮੈਂਬਰ ਪਾਰਲੀਮੈਂਟ ਵੀ ਰਹੇ। ਔਰ ਉਹਨਾਂ ਦਾ ਕੇਂਦਰ ਦੇ ਵਿੱਚ ਜਦੋਂ ਲੰਗੜੀ ਹੁਕੂਮਤ ਬਣੀ ਹੈ ਤੇ ਇੰਨਾ ਦਬਦਬਾ ਸੀਗਾ ਕਿ ਯੂਨੀਵਰਸਲ ਹੈਲਥ ਕੇਅਰ ਉਹਨਾਂ ਨੇ ਪੂਰੇ ਕੈਨੇਡਾ 'ਚ ਲਾਗੂ ਕਰਵਾਇਆ। ਯਾਨੀ ਉਹਨਾਂ ਨੂੰ ਯੂਨੀਵਰਸਲ ਹੈਲਥ ਕੇਅਰ ਦਾ ਪਿਤਾਮਾ ਕਿਹਾ ਜਾਂਦਾ ਜੀ। ਹੁਣ ਜਿਹੜੀ ਪਾਰਟੀ ਦਾ ਉਹ ਪਿਤਾਮਾ ਆ, ਉਹ ਪਾਰਟੀ ਇਸ ਟਾਈਮ ਵਿਕਟੋਰੀਆ 'ਚ ਰਾਜ ਕਰ ਰਹੀ ਹੈ ਜੀ। ਉਸ ਪਾਰਟੀ ਦੇ ਕਿੰਨੇ MLAs ਉਹਨਾਂ ਦੀ ਭਰਮਾਰ ਹੈ ਸਰੀ ਦੇ ਵਿੱਚ। ਸਰੀ ਵਿੱਚ ਉਸ ਪਾਰਟੀ ਦੇ ਥੋਕ 'ਚ MLA ਨੇ ਇਸ ਟਾਈਮ ਔਰ ਸੱਤਾ 'ਚ ਬੈਠੇ ਨੇ। ਤੁਹਾਡੇ 'ਤੇ ਤਾਂ ਇਹ ਹੋਰ ਵੀ ਜ਼ਿਆਦਾ ਮਾੜੀ ਰਿਫਲੈਕਸ਼ਨ ਇਸ ਗੱਲ ਦੀ ਕਿ ਤੁਸੀਂ ਤਰਜੀਹ ਕਿਹੜੀ ਗੱਲਾਂ ਨੂੰ ਦੇ ਰਹੇ ਹੋ। ਉੱਥੇ NDP ਦੀ ਸਰਕਾਰ ਹੋਵੇ, ਯੂਨੀਵਰਸਲ ਹੈਲਥ ਕੇਅਰ ਦਾ ਪਿਤਾਮਾ ਤੁਹਾਡਾ ਲੀਡਰ ਰਿਹਾ ਹੋਵੇ ਤੇ ਤੁਹਾਡੇ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ ਤੇ ਗੱਲਾਂ ਇਹ ਕੋਈ ਬਹੁਤ ਚੰਗੀਆਂ ਨਹੀਂ ਗੀਆਂ ਵਾਲੀਆਂ। ਹੁਣ ਬਾਰ-ਬਾਰ ਇਹ ਕਹੀ ਜਾਣਾ ਕਿ 16 ਸਾਲ ਲਿਬਰਲ ਦਾ ਰਾਜ ਸੀਗਾ, ਮੰਨ ਲਿਆ, ਪਰ ਤੁਸੀਂ ਹੁਣ 5 ਸਾਲ ਤੁਹਾਨੂੰ ਹੋ ਚੁੱਕੇ ਸੱਤਾ ਵਿੱਚ ਆਇਆ ਨੂੰ। ਤੁਸੀਂ ਕਿਹੜੀਆਂ ਗੱਲਾਂ ਨੂੰ ਤਰਜੀਹ ਦੇ ਰਹੇ ਹੋ? ਓਮੀਕਰੌਨ ਜਾਂ ਕੋਵਿਡ ਤਾਂ ਮਗਰੋਂ ਆਏ ਆ, ਨਿਸ਼ਾਨਦੇਹੀਆਂ ਦੇ ਕਦੋਂ ਦੀਆਂ ਹੋਈਆਂ ਕਿ ਡਾਕਟਰਾਂ ਦੀ ਘਾਟ ਹੈ, ਨਰਸਾਂ ਦੀ ਘਾਟ ਹੈ, ਪੈਰਾਮੈਡਿਕਸ ਦੀ ਘਾਟ ਹੈ। ਤੁਸੀਂ ਅੱਜ ਤੱਕ ਆ ਕੇ ਕੀ ਰੋਡ ਮੈਪ ਤਿਆਰ ਕੀਤਾ? ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਬਹੁਤੀਆਂ ਚੰਗੀਆਂ ਨਹੀਂ ਔਰ ਕੈਨੇਡਾ ਦੇ ਜਿਹੜੇ ਅਕਸ ਦੇ ਉੱਤੇ ਬਹੁਤ ਇਸ ਦਾ ਮਾੜਾ ਪ੍ਰਭਾਵ ਅਤੇ ਰਿਫਲੈਕਸ਼ਨ ਹੈ। ਔਰ ਦੂਸਰੀ ਜਿਹੜੀ ਤੁਸੀਂ ਇਸ਼ਾਰਾ ਕੀਤਾ ਉਹ ਗੱਲ ਵੀ ਸੋਚਣ ਵਾਲੀ ਆ ਕਿ ਸਰੀ ਦੇ ਵਿੱਚ ਕਿਉਂਕਿ ਸੰਘਣੀ ਵਸੋਂ ਇਮੀਗ੍ਰੈਂਟਾਂ ਦੀ ਆ। ਸੋ ਇਹ ਵੀ ਸਵਾਲ ਉੱਠ ਰਹੇ ਨੇ ਕਿ ਕੀ ਨਸਲਵਾਦ ਤਾਂ ਨਹੀਂ ਹੋ ਰਿਹਾ? ਕਿਉਂਕਿ ਇਹ ਢਾਂਚਾਗਤ ਨਸਲਵਾਦ ਦੀ ਸਮੱਸਿਆ ਨੂੰ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਬਿਲਕੁਲ ਸਹੀ। ਮੂਲ ਵਾਸੀਆਂ ਦੇ ਕੇਸ ਦਾ ਬਹੁਤ ਪ੍ਰਤੱਖ ਹੈ। ਮੂਲ ਵਾਸੀਆਂ ਦੇ ਕੇਸ ਦਾ ਸਪਸ਼ਟ ਹੀ ਹੋ ਚੁੱਕਿਆ ਵਾ ਕਿ ਮੂਲ ਵਾਸੀ ਢਾਂਚਾਗਤ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ ਸਿਹਤ ਪ੍ਰਬੰਧਾਂ ਦੇ ਵਿੱਚ। ਇਹ ਹਕੀਕਤ ਬਾਕੀ ਦੀਆਂ ਘੱਟ ਗਿਣਤੀ 'ਤੇ ਵੀ ਲਾਗੂ ਹੁੰਦੀ ਆ, ਸਿਰਫ ਖੋਜ ਦੀ ਲੋੜ ਆ। ਔਰ ਸਰੀ ਵਿੱਚ ਬਾਰ-ਬਾਰ ਹੋਣਾ ਇਸ ਤਰ੍ਹਾਂ ਦੇ ਸਵਾਲ ਉੱਠਣੇ ਸੁਭਾਵਿਕ ਨੇ। ਯਕੀਨਨ ਜਿਸ ਤਰ੍ਹਾਂ ਦਾ ਢਾਂਚਾਗਤ ਨਸਲਵਾਦ ਅਸੀਂ ਦੇਖਦੇ ਹਾਂ, ਬੇਸ਼ੱਕ ਉਸ ਦੀ ਇੱਕ ਲੰਮੀ ਜਿਹੜੀ ਹੈ ਉਸ ਵਰਤਾਰੇ ਦੀ ਕਹਾਣੀ ਹੈ, ਦਾਸਤਾਨ ਹੈ, ਉਹ ਕੈਨੇਡਾ ਦੇ ਇਤਿਹਾਸ ਤੋਂ ਸ਼ੁਰੂ ਹੋ ਕੇ ਲਗਾਤਾਰ ਚੱਲਦੀ ਹੈ, ਅਜੇ ਵੀ ਟੁੱਟੀ ਨਹੀਂ। RCMP ਦੇ ਵਿੱਚ ਤਾਂ ਸਪਸ਼ਟ ਹੈ, ਪਾਰਲੀਮੈਂਟ 'ਚ ਵੀ ਗੱਲ ਉੱਠੀ ਹੈ, ਬਾਕੀ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਅਤੇ ਹੈਲਥ ਕੇਅਰ ਸਿਸਟਮ ਦੇ ਵਿੱਚ ਇਸ ਨੁਕਤੇ 'ਤੇ ਵਿਚਾਰਿਆ ਜਾ ਸਕਦਾ ਹੈ ਕਿ ਜਿੱਥੇ ਵੀ ਬਹੁ ਗਿਣਤੀ ਵਸੋਂ ਇਮੀਗ੍ਰੈਂਟ ਭਾਈਚਾਰੇ ਦੀ ਹੈ, ਖਾਸ ਤੌਰ 'ਤੇ ਅਸੀਂ ਜੇ ਦੇਖੀਏ ਕਿ ਪੰਜਾਬੀਆਂ ਦੀ ਗਿਣਤੀ ਅਸੀਂ ਆਪਣੇ ਤੌਰ 'ਤੇ ਵੀ ਦੇਖੀਏ ਬਹੁਤ ਹੈ। ਹੁਣ ਇਸ ਗੱਲ ਨੂੰ ਇੱਕ ਪੰਜਾਬਣ ਔਰਤ ਦੇ ਨਾਲ ਘਟਨਾ ਵਾਪਰਨੀ, ਕਿਉਂਕਿ ਗਿਣਤੀ ਹੀ ਬਹੁਤੀ ਉਹਨਾਂ ਦੀ ਹੈ, ਮਰੀਜ਼ ਹੀ ਬਹੁਤੇ ਨੇ, ਅਤੇ ਉੱਥੇ ਸੁਭਾਵਿਕ ਹੀ ਹੈ ਇਸ ਗੱਲ 'ਤੇ ਲੋਕਾਂ ਦਾ ਪ੍ਰਤੀਕਰਮ ਹੋਣਾ। ਦੂਸਰੇ ਪਾਸੇ ਇਸ ਦਾ ਹੱਲ ਵੀ ਸੀ। ਜੇ ਹੱਲ ਇਹ ਹੋ ਸਕਦਾ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਲੋਕਾਂ ਦੀ ਗਿਣਤੀ ਵੱਧ ਗਈ, ਸਭ ਤੋਂ ਤੇਜ਼ੀ ਨਾਲ ਇਹ ਵਧਣ ਵਾਲੇ ਸ਼ਹਿਰ ਨੇ, ਸਾਡੀ ਸਰਕਾਰ ਜਿਹੜੀ ਆਪ ਕਰਕੇ ਦਾਅਵਾ ਕਰਦੀ ਹੈ ਕਿ ਕਿਰਤੀਆਂ ਦੀ ਸਰਕਾਰ ਹੈ ਜਾਂ ਆਮ ਸਧਾਰਨ ਲੋਕਾਂ ਦੀ ਸਰਕਾਰ ਹੈ, ਅਤੇ ਕੀ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਜਾ ਸਕਦਾ ਕਿ ਜਿਹੜੇ ਲੋਕ ਕਾਬਲ ਨੇ, ਜਿਹੜੇ ਯੋਗ ਨੇ, ਜਿਹੜੇ ਕਿ ਪੰਜਾਬ ਤੋਂ, ਇੰਡੀਆ ਤੋਂ ਡਿਗਰੀਆਂ ਲੈ ਕੇ ਆਏ ਨੇ, ਜਿਹੜੇ ਕਿ ਮੈਡੀਕਲ ਖੇਤਰ ਦੇ ਵਿੱਚ ਬਾਕਾਇਦਾ ਤੌਰ 'ਤੇ, ਡਾਕਟਰੀ ਖੇਤਰ ਦੇ ਵਿੱਚ, ਨਰਸਿੰਗ ਖੇਤਰ ਦੇ ਵਿੱਚ ਮਾਹਰ ਨੇ, ਉਹਨਾਂ ਨੂੰ ਇੱਥੇ ਤੁਹਾਡੇ ਮੁਕਾਬਲਤਨ ਜਿਹੜੇ ਅਸੈਸਮੈਂਟ ਦੇ ਕੋਰਸ ਨੇ, ਐਵੈਲੂਏਸ਼ਨ ਨੇ, ਕ੍ਰੈਡੈਂਸ਼ੀਅਲ ਐਵੈਲੂਏਸ਼ਨ ਨੇ, ਉਹਨਾਂ ਦੇ ਵਿੱਚ ਕੁਝ ਨਾ ਕੁਝ ਸਹੀ ਕਰਕੇ ਉਹਨਾਂ ਨੂੰ ਮੌਕਾ ਦਿਓ, ਗਿਣਤੀ ਵਧਾਓ।
ਹਸਪਤਾਲ ਦੀ ਇਮਾਰਤ ਵੱਡੀ ਨਾ ਹੋਵੇ, ਸਧਾਰਨ ਹੋ ਜਾਏ, ਕੋਈ ਗੱਲ ਨਹੀਂ, ਘੱਟੋ ਘੱਟ ਇਲਾਜ ਤਾਂ ਹੋਵੇ, ਕਿਤੇ ਟਿਕਾਣਾ ਤਾਂ ਹੋਵੇ, ਕਿਸੇ ਨੂੰ ਫਰਸ਼ ਦੇ ਉੱਪਰ ਬੱਚਾ ਜਨਮ ਦੇਣ ਦੀ ਮਜਬੂਰੀ ਨਾ ਹੋਵੇ, ਘੱਟੋ ਘੱਟ ਇੰਨਾ ਹੀ ਹੋਵੇ ਕਿ ਸਿਰ ਕੱਜਣ ਲਈ ਉਹਨਾਂ ਮਰੀਜ਼ਾਂ ਨੂੰ ਕਿਤੇ ਰਸਤਿਆਂ ਦੇ ਵਿੱਚ, ਬਰਾਂਡਿਆਂ ਦੇ ਵਿੱਚ ਲਾ ਕੇ ਨਾ ਰੱਖਿਆ ਜਾਏ, ਉਹਨਾਂ ਦੇ ਵਾਸਤੇ ਕੋਈ ਪ੍ਰਬੰਧ ਹੋਵੇ। ਜੇ ਇਹੀ ਗੱਲ ਜਦੋਂ ਅਸੀਂ ਦੇਖਦੇ ਹਾਂ, ਜਦੋਂ ਲੋਕਾਂ ਦੇ ਅੰਦਰ ਇਹ ਭਾਵਨਾ ਆ ਜਾਂਦੀ ਹੈ ਕਿ ਜੇਕਰ ਤੈਨੂੰ ਤਕਲੀਫ ਹੋਈ ਤੂੰ ਵਾਈਟ ਰੌਕ ਚ ਲੈ ਜਾਈਂ, ਤੂੰ ਲੈਂਗਲੀ ਚ ਲੈ ਜਾਈਂ, ਜਾਂ ਕਿਸੇ ਹੋਰ ਸ਼ਹਿਰ ਚ ਲੈ ਜਾਈਂ, ਸਰੀ ਨਾ ਜਾਈਂ। ਇਸੇ ਤਰ੍ਹਾਂ ਕਈ ਐਬਸਪੋਰਟ ਵੀ ਕਹਿੰਦੇ ਆ। ਭਾਵ ਇਹ ਹੈ ਕਿ ਜਿੱਥੇ ਗਿਣਤੀ ਦੇ ਵਿੱਚੋਂ ਅਸੀਂ ਲੋਕ ਜ਼ਿਆਦਾ ਹਾਂ, ਉੱਥੇ ਉਵੇਂ ਲਿਆ ਜਾਂਦਾ ਕਿ ਜਿੱਥੋਂ ਆਏ ਨੇ ਉੱਥੇ ਤਾਂ ਹਾਲਤ ਮਾੜੀ ਸੀ, ਚਲੋ ਇੱਥੇ ਉਦੋਂ ਤਾਂ ਵਧੀਆ। ਸਾਡੇ ਲੋਕ ਵੀ ਕਈ ਵਾਰੀ ਕਹਿ ਦਿੰਦੇ ਨੇ, ਐਵੇਂ ਆਲੋਚਨਾ ਕਰੀ ਜਾਂਦੇ ਹੋ, ਜਿੱਥੋਂ ਆਏ ਸੀ ਉੱਥੇ ਤਾਂ ਇਦੋਂ ਵੀ ਮਾੜੇ ਸੀ, ਉਦੋਂ ਤਾਂ ਵਧੀਆ। ਕੀ ਮਤਲਬ? ਅਸੀਂ ਇੱਥੇ ਉਦੋਂ ਵਧੀਆ ਰਹਿਣਾ ਅਤੇ ਕੁੱਲ ਮਿਲਾ ਕੇ ਜਿੱਥੇ ਸਾਰੇ ਰਹਿੰਦੇ ਨੇ ਉੱਥੇ ਰਹਿਣ ਦਾ ਸਾਡਾ ਕੋਈ ਹੱਕ ਨਹੀਂ। ਇਹ ਆਪਣੇ ਆਪ ਦੇ ਵਿੱਚ ਆਤਮ ਗਿਲਾਨੀ ਸਾਡੇ ਅੰਦਰ ਹੈ, ਕਿਉਂਕਿ ਅਸੀਂ ਬਿਲਕੁਲ ਤੜਫਣਾ ਦੇ ਵਿੱਚੋਂ ਦੀ ਆਏ, ਧੱਕਿਆਂ ਦੇ ਵਿੱਚੋਂ ਦੀ ਆਏ, ਅਤੇ ਸਾਨੂੰ ਥੋੜ੍ਹੇ ਜਿਹੇ ਨਾਲ ਹੀ ਰਾਹਤ ਮਹਿਸੂਸ ਹੋਣ ਲੱਗਦੀ ਹੈ। ਇਹ ਗਲਤ ਗੱਲ ਹੈ। ਸਾਨੂੰ ਉਸ ਸਮੇਂ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜੇ ਇੱਥੋਂ ਦਾ ਇੱਕ ਸਿਸਟਮ ਇੱਥੋਂ ਤੱਕ ਸਹੂਲਤ ਦੇ ਸਕਦਾ ਹੈ ਤਾਂ ਫਿਰ ਅਸੀਂ ਕਿਉਂ ਨਾ ਲਈਏ। ਜੇ ਨਹੀਂ ਮਿਲਦੀ ਤਾਂ ਫਿਰ ਸਿਸਟਮ ਦੀ ਜਿਹੜੀ ਖਰਾਬੀ ਹੈ, ਉਸ ਸਿਸਟਮ ਦੀ ਖਰਾਬੀ ਨੂੰ ਠੀਕ ਕਰੀਏ। ਜਿਹੜੇ ਕ੍ਰੈਡੈਂਸ਼ੀਅਲ ਐਵੈਲੂਏਸ਼ਨ ਦੇ ਨਾਲ ਯੋਗ ਹੋ ਸਕਦੇ ਨੇ, ਇਹ ਮਸਲੇ ਹੱਲ ਹੋ ਸਕਦੇ ਨੇ। ਸਰਕਾਰਾਂ ਪ੍ਰੋਵਿੰਸ਼ੀਅਲ ਲੈਵਲ 'ਤੇ ਜੇ ਇੰਨੀਆਂ ਮੁਸ਼ਕਲ ਦੇ ਵਿੱਚ ਨੇ ਤਾਂ ਫੈਡਰਲ ਲੈਵਲ 'ਤੇ ਗੱਲ ਕਰਨ। ਹੁਣ ਜਿਹੜਾ ਐਵੈਲੂਏਸ਼ਨ ਦਾ ਮਸਲਾ ਹੈ, ਡਾਕਟਰਸ ਆ, ਚਾਹੇ ਉਹ ਕਿਸੇ ਵੀ ਫੀਲਡ ਦੇ ਨੇ, ਮੈਡੀਕਲ ਦੇ ਨੇ, ਜਾਂ ਤੁਸੀਂ ਦੇਖ ਲਓ ਕਿ ਈਵਨ ਵੈਟਰਨਰੀ ਡਾਕਟਰ ਨੇ ਜਾਂ ਹੋਰ ਆ, ਕਿਸੇ ਨੂੰ ਟੈਕਸੀ ਚਲਾਉਣੀ ਪੈਂਦੀ ਹੈ, ਕੋਈ ਟਰੱਕਾਂ 'ਤੇ ਹੈ ਜਾਂ ਕੁਝ ਹੋਰ ਕਰਦਾ। ਜਦੋਂ ਅਸੀਂ ਦੇਖਦੇ ਹਾਂ ਘਾਟ ਹੈ, ਅਤੇ ਘਾਟ ਦੂਰ ਕਰਨ ਲਈ ਸਰਕਾਰ ਪ੍ਰੋਵਿੰਸ਼ੀਅਲ ਫੈਡਰਲ ਨੂੰ ਕਿਉਂ ਨਹੀਂ ਅਪਰੋਚ ਕਰਦੀ, ਜਾਂ ਇਸ ਸਿਸਟਮ ਦੇ ਵਿੱਚ ਕਿਉਂ ਨਹੀਂ ਚੇਂਜ ਕਰਦੇ ਕਿ ਉਹਨਾਂ ਲੋਕਾਂ ਦੀਆਂ ਸੇਵਾਵਾਂ ਲਈ ਜਾਣ। ਹੈਲਥ ਤਾਂ ਹੈਲਥ ਹੈ, ਸੇਵਾ ਤਾਂ ਦਿੱਤੀ ਜਾ ਸਕਦੀ ਹੈ, ਠੀਕ ਹੈ, ਤੁਹਾਡਾ ਜੋ ਮਿਆਰ ਹੈ ਥੋੜ੍ਹਾ ਬੈਟਰ ਹੋ ਸਕਦਾ, ਪਰ ਜਿਹੜੇ ਫਰਸ਼ 'ਤੇ ਜਵਾਕ ਨੂੰ ਜਨਮ ਦੇ ਸਕਦੇ ਆ, ਦੇ ਰਹੇ ਆ ਜਿੱਥੇ ਲੋਕ, ਉਹ ਕਿੰਨਾ ਕੁ ਬੈਟਰ ਹੈ ਉਹ ਵੀ ਦਿਸੀ ਜਾ ਰਿਹਾ। ਗੱਲ ਸੁਖਵਿੰਦਰ ਸਿੰਘ ਜੀ ਕਿ ਜਿਹੜਾ ਵੈਂਕੂਵਰ ਸਨ ਦੇ ਵਿੱਚ ਅੱਜ ਕੱਲ੍ਹ ਡੈਫਨੀ ਬ੍ਰੈਮਹਮ ਜਿਹੜੀ ਕਾਲਮ ਲਿਖਦੀ ਹੈ ਜੀ, ਉਸਨੇ ਲਗਾਤਾਰ ਮੈਨੂੰ ਲੱਗਦਾ ਮੁਹਿੰਮ ਹੀ ਚਲਾਈ ਹੋਈ ਅੱਜ ਕੱਲ੍ਹ। ਉਹਦੇ ਕਾਲਮ ਬਹੁਤ ਜ਼ਬਰਦਸਤ ਆ ਰਹੇ ਨੇ, ਪੜ੍ਹਨ ਯੋਗ ਨੇ ਸਾਰੇ, ਖਾਸ ਤੌਰ 'ਤੇ ਡਾਕਟਰਾਂ ਦੀ ਘਾਟ ਬਾਰੇ, ਨਰਸਾਂ ਦੀ ਘਾਟ ਬਾਰੇ, ਪੈਰਾਮੈਡਿਕਸ ਦੀ ਸਟਾਫ ਦੀ ਘਾਟ ਬਾਰੇ ਉਹ ਲਗਾਤਾਰ ਲਿਖ ਰਹੀ ਹੈ। ਔਰ ਇਸ ਨੁਕਤੇ ਤੋਂ ਕਿ ਜਿਹੜੇ ਵਿਦੇਸ਼ਾਂ ਤੋਂ ਆਏ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਇਸ ਸਿਸਟਮ 'ਚ ਐਡਮਿਟ ਕਰ ਲੈਂਦੇ। ਬਾਅਦ ਚਿੱਠੀਆਂ ਵੀ ਪਾਠਕਾਂ ਦੀ ਆਈਆਂ, ਪਾਠਕਾਂ ਨੇ ਵੀ ਉਸ ਨੂੰ ਚਲਾਇਆ। ਯਾਨੀ ਮੁੱਖ ਤੌਰ 'ਤੇ ਇਸ ਸਮੇਂ ਇਸ ਮਾਹੌਲ ਨੇ ਇੱਕ ਲੋਕਾਂ 'ਚ ਇਸ ਗੱਲ ਦੀ ਜਿਗਿਆਸਾ ਪੈਦਾ ਕਰਤੀ, ਲੋੜ ਪੈਦਾ ਕਰਤੀ ਕਿ ਇਸ ਦੇ ਬਾਰੇ ਗੌਰ ਕਰੋ। ਹੁਣ ਤਾਂ ਸਰਕਾਰਾਂ ਕੋਲ ਮੌਕਾ ਹੈ, ਬਿਲਕੁਲ, ਜੇ ਹੁਣੇ ਮੌਕਾ ਨਾ ਸਾਂਭ ਹੋਇਆ ਤਾਂ ਮੁੜ ਕੇ ਨਹੀਂ ਸਾਂਭ ਹੋਣਾ। ਇਸ ਟਾਈਮ ਤਾਂ ਫੌਰੀ ਲੋੜ ਹੈ ਕਿ ਡਾਕਟਰਾਂ ਦੀ ਘਾਟ, ਨਰਸਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਲੋਕਾਂ ਦੀ ਨਫਰੀ ਵਧਾਈ ਜਾਵੇ, ਭਰਤੀ ਕੀਤੇ ਜਾਣ ਜਿਹੜੇ ਵਿਦੇਸ਼ਾਂ ਤੋਂ ਡਿਗਰੀਆਂ ਲੈ ਕੇ ਇੱਥੇ ਆਏ ਹੋਏ। ਹਾਂਜੀ, ਪਰ ਮਾਫ਼ ਕਰਨਾ, ਨਸਲਵਾਦ ਉੱਥੇ ਵੀ ਹੈ, ਉੱਥੇ ਵੀ ਰੁਕਾਵਟਾਂ ਦੇ ਕਾਰਨ ਨਸਲਵਾਦ ਦੀਆਂ ਜੜ੍ਹਾਂ ਵਿੱਚ ਵੇਖੇ ਜਾ ਸਕਦੇ, ਕਿਉਂਕਿ ਇੰਨੇ ਔਖੇ ਟੈਸਟ ਕੀਤੇ ਹੋਏ ਆ, ਕ੍ਰੈਡੈਂਸ਼ੀਅਲਿੰਗ ਇੰਨੀ ਔਖੀ ਕੀਤੀ ਹੋਈ ਆ ਕਿ ਕਿੰਨਾ ਕਿੰਨਾ ਚਿਰ ਲੱਗ ਜਾਂਦਾ। ਕਈ ਤਾਂ ਹੌਸਲਾ ਛੱਡ ਜਾਂਦੇ ਨੇ, ਆਪਣੀ ਫੀਲਡ ਛੱਡ ਕੇ ਕਿਸੇ ਹੋਰ ਕਿਤੇ ਜੇ ਰੋਜ਼ੀ ਰੋਟੀ ਜਟਾਉਣ ਲੱਗ ਪੈਂਦੇ ਆਪਣੀ, ਜਾਂ ਕਈ ਵਾਪਸ ਮੁੜ ਗਏ। ਸੋ ਇਹ ਕੋਈ ਲਾਭ ਨਹੀਂ ਹੋਇਆ ਕਿਰਨਾਂ ਨੂੰ ਉਸ ਚੀਜ਼ ਨਾਲ। ਤੁਸੀਂ ਪੜ੍ਹੇ ਲਿਖੇ ਲੋਕ ਤਾਂ ਇਕੱਠੇ ਕਰ ਲਏ, ਪਰ ਉਹਨਾਂ ਨੂੰ ਅਗਾਂਹ ਦਿੱਤਾ ਕੁਛ ਨਹੀਂ ਗਾ। ਡਾਕਟਰਾਂ ਤੇ ਨਰਸਾਂ ਦੇ ਕੇਸ ਜੋ ਇਹ ਹੋ ਰਿਹਾ, ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਜੀ ਉਹਦੇ ਨਾਲੋਂ ਵਧੀਆ ਸੀਗਾ, ਅਸੀਂ ਇੱਥੇ ਬੈਠੇ ਕੰਪੈਰੇਟਿਵ ਸਟੱਡੀਆਂ ਕਰਦੇ ਫਿਰਦੇ ਹਾਂ ਇੱਥੇ। ਜ਼ਾਹਿਰਾ ਤੌਰ 'ਤੇ ਕੈਨੇਡਾ ਦੇ ਮਾਹੌਲ ਤਾਂ ਇੰਡੀਆ ਨਾਲੋਂ ਵਧੀਆ ਹੀ ਹੈ, ਤਾਂ ਹੀ ਅਸੀਂ ਇੱਥੇ ਆਏ ਹਾਂ। ਬਿਲਕੁਲ, ਪਰ ਇਹਦਾ ਮਤਲਬ ਇਹ ਥੋੜ੍ਹਾ ਨਾ ਕਿ ਜੇ ਇੱਥੇ ਸਿਸਟਮ 'ਚ ਊਣ ਤਾਈਆਂ ਨੇ ਤਾਂ ਅੱਖਾਂ ਮੀਚ ਲਈ ਹੈ। ਔਰ ਉਹ ਊਣ ਤਾਈਆਂ ਕਈ ਵਾਰੀ ਇੱਦਾਂ ਹੁੰਦਾ ਕਿ ਸਾਨੂੰ ਪ੍ਰਭਾਵਿਤ ਨਹੀਂ ਕਰਦੀਆਂ ਹੁੰਦੀਆਂ, ਪਰ ਸਾਡੇ ਤੋਂ ਵੀ ਕਈ ਲੋਕ ਬਹੁਤ ਥੱਲੇ ਨੇ, ਕੋਈ ਬੇਘਰੇ ਲੋਕ ਨੇ, ਮੂਲ ਵਾਸੀ ਨੇ, ਉਹਨਾਂ ਨਾਲ ਤਾਂ ਨਿਰੰਤਰ ਧੱਕਾ ਹੋ ਰਿਹਾ। ਫਿਰ ਅਸੀਂ ਕੀ ਮੂੰਹ ਬੰਦ ਕਰ ਲਈਏ ਆਪਣੇ? ਇਹ ਗੱਲਾਂ ਜਿਹੜੀਆਂ ਸੋਭਦੀਆਂ ਨਹੀਂ ਗਈਆਂ ਬੜੀਆਂ। ਥੋੜ੍ਹਾ ਆਪਣਾ ਸੋਚ ਦਾ ਘੇਰਾ ਵਿਸ਼ਾਲ ਕਰੀਏ। ਠੀਕ ਹੈ, ਉੱਥੋਂ ਆ ਗਏ ਹੋ, ਇੱਥੇ ਆ ਕੇ ਜ਼ਿੰਦਗੀ ਸਾਡੀ ਬਿਹਤਰ ਹੋ ਗਈ ਹੈ, ਜੇ ਇੱਥੇ ਵੀ ਨੁਕਸ ਨੇ ਸਾਨੂੰ ਨਿਸ਼ਾਨਦੇਹੀ ਕਰਨੀ ਪਊਗੀ। ਇਹ ਨਾ ਸੋਚੋ ਕਿ ਕੱਲ੍ਹ ਨੂੰ ਅੱਜ ਤੁਸੀਂ ਇਸ ਤਰ੍ਹਾਂ ਬੈਠੇ ਰਹੇ, ਕੱਲ੍ਹ ਨੂੰ ਇੱਕ ਮੌਕਾ ਆਊਗਾ, ਟੂ ਟੀਅਰ ਸਿਸਟਮ ਇੱਥੇ ਆ ਵੜੂਗਾ, ਪ੍ਰਾਈਵੇਟ ਹੈਲਥ ਕੇਅਰ ਸਿਸਟਮ ਹੀ ਚੱਲ ਪਊਗਾ, ਫਿਰ ਕੀ ਕਰ ਲਾਂਗੇ ਆਪਾਂ? ਕੀ ਅਸੀਂ ਉਹ ਚਾਹੁੰਦੇ ਹਾਂ ਜਾਂ ਅਸੀਂ ਚਾਹੁੰਦੇ ਕਿ ਇਹੀ ਸਿਸਟਮ ਬਿਹਤਰ ਬਣਾਇਆ ਜਾ ਸਕੇ? ਇਹ ਸਿਸਟਮ ਬਹੁਤ ਵਧੀਆ, ਇਸੇ ਨੂੰ ਹੋਰ ਬਿਹਤਰ ਔਰ ਮਜ਼ਬੂਤ ਬਣਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਬਜਾਏ ਕਿ ਇਸ ਨੂੰ ਕਮਜ਼ੋਰ ਹੋਣ ਦਿੱਤਾ ਜਾਵੇ। ਕਿਉਂਕਿ ਇਹ ਗੱਲਾਂ ਬਹੁਤ ਹੀ ਚੰਗੀਆਂ ਨਹੀਂ ਗੀਆਂ। ਜਿੱਦਾਂ ਆਬਾਦੀ ਵੱਧ ਰਹੀ ਹੈ, ਜਿੱਦਾਂ ਲੋਕਾਂ ਦੀ ਮੰਗ ਇੰਨੀ ਜ਼ਿਆਦਾ ਵੱਧ ਚੁੱਕੀ ਸਰੀ ਦੇ ਵਿੱਚ, ਹਸਪਤਾਲ ਨਵਾਂ ਵੀ ਚਾਹੀਦਾ, ਜਿਹੜਾ ਹਸਪਤਾਲ ਆਲਰੇਡੀ ਹੈ ਉਹਦੇ ਵਿੱਚ ਵੀ ਘਾਟਾ ਨਾ ਹੋਣ। ਮੈਨੂੰ ਲੱਗਦਾ ਕਿ ਜਿਹੜਾ ਉੱਥੇ ਜੋ ਕੁਝ ਵੀ ਹੋਇਆ ਵਾਪਰਿਆ, ਹੋ ਸਕਦਾ ਕਿ ਜਿਹੜਾ ਉੱਥੇ ਸਟਾਫ ਹੈ, ਅਮਲਾ ਫੈਲਾ, ਉਹਦੀ ਆਪਣੀ ਅਣਦੇਖੀ ਨਾ ਹੋਵੇ। ਹਾਲਾਤ ਇੱਦਾਂ ਦੇ ਬਣ ਗਏ ਕਿ ਅਣਦੇਖੀ ਤਾਂ ਹੋ ਰਹੀ ਹੈ। ਬਿਲਕੁਲ, ਜੇ ਸਟਾਫ ਹੀ ਉੱਥੇ ਸਫੀਸ਼ੀਐਂਟ ਹੈ ਨਹੀਂ ਗਾ, ਪੂਰਾ ਸਟਾਫ ਨਾ ਹੋਣ ਕਰਕੇ ਕੰਮ ਦਾ ਲੋਡ ਇੰਨਾ ਵੱਧ ਗਿਆ, ਅਤੇ ਇਹੋ ਜਿਹੀ ਉਕਾਈਆਂ ਦੀ ਗਲਤੀਆਂ ਹੋਣੀਆਂ ਸੁਭਾਵਿਕ ਨੇ। ਸੋ ਹੁਣ ਚਾਹੀਦਾ ਕਿ ਸਿਸਟਮ ਨੂੰ ਸੁਧਾਰਿਆ ਕਿਵੇਂ ਜਾਵੇ, ਇਸ ਦੇ ਲਈ ਪ੍ਰੈਸ਼ਰ ਬਿਲਡ ਕੀਤਾ ਜਾਣਾ ਜ਼ਰੂਰੀ ਚਾਹੀਦਾ।
ਅਗੇਨ ਗੱਲ ਉੱਥੇ ਆਉਂਦੀ, ਘੁੰਮ ਫਿਰ ਕੇ ਇਲੈਕਸ਼ਨਾਂ ਆਈਆਂ, ਕਿੰਨੇ ਕੁ ਲੋਕਾਂ ਨੇ ਇਹਨਾਂ ਮੁੱਦਿਆਂ ਨੂੰ ਤਰਜੀਹ ਦਿੱਤੀ ਆ। ਪ੍ਰਾਈਵੇਟ ਹੈਲਥ ਕੇਅਰ ਨਾ ਬਣੇ, ਹੈਲਥ ਕੇਅਰ ਸਿਸਟਮ ਬਚਿਆ ਰਹੇ, ਹੈਲਥ ਕੇਅਰ ਸਿਸਟਮ ਲਈ ਪੈਸੇ ਲਿਆਓ। ਮੁੱਠੀ ਭਰ ਲੋਕ ਨੇ ਰੌਲਾ ਪਾ ਰਹੇ ਆ ਕਿ ਕੈਨੇਡਾ ਨੇ ਹੁਣ ਹਾਲ ਹੀ ਵਿੱਚ ਲੜਾਕੂ ਜਹਾਜ਼ ਖਰੀਦਣ ਦਾ ਫੈਸਲਾ ਕੀਤਾ, ਜਿਹਦੀ ਲੋੜ ਨਹੀਂ। ਜੇ ਅਮਨ ਪਸੰਦ ਦੇਸ਼ ਹੈ, ਲੜਾਈ 'ਚ ਖੁੱਬਿਆ ਨਹੀਂ ਹੋਇਆ, ਕੀ ਲੋੜ ਹੈ ਜਹਾਜ਼ਾਂ ਨੂੰ? ਕਰਨਾ ਕੀ ਆਪਾਂ 'ਤੇ? ਉਹੀ ਪੈਸਾ ਤੁਸੀਂ ਹੈਲਥ ਕੇਅਰ ਸਿਸਟਮ 'ਤੇ ਲਾ ਦਿਓ, ਉਹੀ ਪੈਸਾ ਤੁਸੀਂ ਕਲਾਈਮੇਟ ਚੇਂਜ ਦੇ ਸੁਧਾਰ ਲਈ ਲਾ ਦਿਓ। ਪਰ ਉਹ ਗੱਲਾਂ ਕਿੰਨੀਆਂ ਕੁ ਹੋ ਰਹੀਆਂ ਨੇ। ਸੋ ਇਹ ਉਹਨਾਂ ਲੋਕਾਂ ਦੀ ਨਲਾਇਕੀ ਹੈ ਜਿਹੜੇ ਲੋਕ ਇਹ ਕਹਿ ਕੇ ਤਸੱਲੀ 'ਚ ਬੈਠੇ ਆ ਕਿ ਇੰਡੀਆ ਨਾਲੋਂ ਬਿਹਤਰ ਮਾਹੌਲ ਆ, ਬਿਲਕੁਲ, ਜਾਂ ਪਾਕਿਸਤਾਨ ਨਾਲੋਂ ਬਿਹਤਰ ਮਾਹੌਲ ਆ। ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂਗਾ। ਕੈਨੇਡਾ 'ਚ ਬੈਠੇ ਆ, ਕੈਨੇਡਾ ਦੇ ਵਸਿੰਦੇ ਆ, ਕੈਨੇਡਾ ਨੂੰ ਟੈਕਸ ਦੇ ਰਹੇ ਆ ਆਪਾਂ, ਕੈਨੇਡਾ ਦਾ ਸਿਸਟਮ ਬਚਿਆ ਰਹੇ, ਠੀਕ ਰਹੇ, ਇਹ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ। ਬਿਲਕੁਲ ਜੀ, ਕੋਈ ਸ਼ੱਕ ਹੀ ਨਹੀਂ ਕਿ ਅਸੀਂ ਜਿਸ ਦੇਸ਼ ਦੇ ਵਿੱਚ ਬੈਠੇ ਹਾਂ ਉੱਥੇ ਅਸੀਂ ਕਿਵੇਂ ਸੁਧਾਰ ਕਰ ਸਕੀਏ, ਜਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਇਸ ਘਟਨਾ ਨੂੰ ਇਕਤਾ ਤੇ ਕੁੱਲ ਮਿਲਾ ਕੇ ਆਮ ਪੱਧਰ ਤੇ ਸਾਰੀਆਂ ਘਟਨਾਵਾਂ ਨੂੰ ਕੇਂਦਰਿਤ ਹੋ ਕੇ ਵਿਚਾਰੀਆਂ ਜਾ ਸਕਦੀਆਂ। ਇਸ ਘਟਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਇਸ ਦੇ ਬਾਰੇ ਰਿਪੋਰਟ ਸਾਰੀ ਤਿਆਰ ਹੋਣੀ ਚਾਹੀਦੀ ਹੈ। ਉਸ ਨੂੰ ਆਧਾਰ ਬਣਾ ਕੇ ਅਗਾਂਹ ਤੋਂ ਇਹ ਗੱਲ ਦੇਖੀ ਜਾਏ ਕਿ ਜਿਸ ਤਰੀਕੇ ਨਾਲ ਜਿਹੜੇ ਸ਼ਹਿਰ ਜ਼ਿਆਦਾ ਤੇਜ਼ੀ ਨਾਲ ਵੱਧ ਰਹੇ ਨੇ, ਜਿੱਥੇ ਸਹੂਲਤਾਂ ਦੀ ਜ਼ਿਆਦਾ ਲੋੜ ਹੈ, ਉਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਏ ਤਾਂ ਕਿ ਕਿਸੇ ਨਾਲ ਇਸ ਤਰ੍ਹਾਂ ਦੀ ਜ਼ਿਆਦਤੀ ਨਾ ਹੋਵੇ, ਕਿਸੇ ਵੀ ਔਰਤ ਨੂੰ ਇਸ ਤਰ੍ਹਾਂ ਦੇ ਦੁਖਾਂਤ ਦੇ ਵਿੱਚੋਂ ਦੀ ਨਾ ਲੰਘਣਾ ਪਵੇ। ਯਕੀਨਨ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈਚਾਰਾ ਸਾਡਾ ਜਿਨ੍ਹਾਂ ਖੇਤਰਾਂ ਦੇ ਵਿੱਚ ਵੱਧ ਰਿਹਾ, ਜਿਨ੍ਹਾਂ ਇਲਾਕਿਆਂ 'ਚ ਵੱਧ ਰਿਹਾ, ਉੱਥੇ ਸਮੱਸਿਆਵਾਂ ਨੇ। ਇਸ ਦੇ ਨਾਲ ਨਾਲ ਜਿਹੜੇ ਫੀਲਡ 'ਚ ਕੰਮ ਕਰਨ ਵਿੱਚ ਹੀ ਸਾਡੇ ਲੋਕ ਅੱਗੇ ਨੇ, ਉੱਥੇ ਵੀ ਸਮੱਸਿਆਵਾਂ ਨੇ। ਉਹਨਾਂ 'ਚ ਟਰੱਕਿੰਗ ਇੰਡਸਟਰੀ ਇੱਕ ਇੰਡਸਟਰੀ ਹੈ। ਵੱਡੀ ਗਿਣਤੀ 'ਚ ਸਾਡੇ ਨੌਜਵਾਨ ਜਿਹੜੇ ਨੇ ਉਹ ਟਰੱਕ ਚਲਾਉਂਦੇ ਨੇ। ਹਾਈਵੇ ਟਰੱਕਰਸ ਦੀ ਗਿਣਤੀ ਬਹੁਤ ਹੈ। ਜਦੋਂ ਅਸੀਂ ਆਹ ਬਾਰਿਸ਼ਾਂ ਦੇ ਦੌਰਾਨ ਹਾਲਾਤ ਦੇਖੇ, ਹੜ੍ਹਾਂ ਦੇ ਦੌਰਾਨ ਜੋ ਹਾਲਾਤ ਦੇਖੇ, ਸੜਕਾਂ ਟੁੱਟੀਆਂ, ਨੁਕਸਾਨ ਹੋਇਆ, ਉਸ ਤੋਂ ਬਾਅਦ ਨਤੀਜਾ ਕੀ ਹੋਇਆ ਕਿ ਉਸ ਦੇ ਕਾਰਨ ਹਾਦਸੇ ਵਧ ਗਏ, ਵੱਡੀ ਗਿਣਤੀ 'ਚ ਵਧੇ। ਟਰੱਕਾਂ ਦੇ ਹਾਦਸੇ, ਟਰੱਕਾਂ ਦੇ ਜਿਹੜੇ ਡਰਾਈਵਰ ਸੀ ਉਹਨਾਂ ਦੀਆਂ ਕਿੰਨੀਆਂ ਦੀਆਂ ਮੌਤਾਂ ਹੋਈਆਂ, ਕਿੰਨਾਂ ਦੇ ਘਰੇ ਇਸ ਵੇਲੇ ਮਾਤਮ ਛਾਇਆ ਹੋਇਆ। ਉਹ ਆਵਾਜ਼ ਉਠਾ ਰਹੇ ਸਨ ਕਿ ਤੁਸੀਂ ਇਹ ਦੱਸੋ ਕਿ ਇਹਦੇ ਲਈ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਮਿਲ ਕੇ ਕੀ ਕਰ ਰਹੀਆਂ ਨੇ, ਕਿਉਂ ਨਹੀਂ ਇਸ ਮਸਲੇ ਨੂੰ ਹੱਲ ਕੀਤਾ ਜਾ ਰਿਹਾ, ਇਸ ਮਸਲੇ ਦੀਆਂ ਬਰੀਕੀਆਂ ਕੀ ਨੇ, ਉਹਨਾਂ ਦੀਆਂ ਲੋੜਾਂ ਕੀ ਨੇ, ਕਿ ਇਹ ਇੰਡਸਟਰੀ ਵੀ ਕਿਉਂਕਿ ਇੱਕ ਖਾਸ ਕਿਸਮ ਦੇ ਭਾਈਚਾਰੇ ਜਾਂ ਇਮੀਗ੍ਰੈਂਟ ਭਾਈਚਾਰੇ ਨਾਲ ਸੰਬੰਧਿਤ ਹੈ, ਅਤੇ ਇਹਨਾਂ ਦੀ ਵੀ ਗੱਲ ਹੂਪਰੇ ਕਰ ਦਿਓ ਜਾਂ ਸੁਣੋ ਨਾ ਸੁਣੋ। ਇਹ ਤਾਂ ਆਪਣੇ ਆਪ ਦੇ ਵਿੱਚ ਫਿਰ ਦਿੱਕਤ ਹੈ, ਇਹ ਦਰਾਂਜਗੀ ਹੈ ਜਾਂ ਇਸ ਤਰ੍ਹਾਂ ਦਾ ਵਿਤਕਰਾ ਹੈ। ਇਸ ਤੋਂ ਉੱਪਰ ਉੱਠਣਾ ਚਾਹੀਦਾ। ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਪਟੀਸ਼ਨਾਂ ਸਾਈਨ ਕਰਕੇ ਹਾਈਵੇਜ਼ 'ਤੇ ਸਹੂਲਤਾਂ ਦੀ ਗੱਲ, ਜਾਂ ਕਈ ਵਾਰ ਬਾਥਰੂਮ ਦੀ ਗੱਲ, ਜਾਂ ਰੈਸਟ ਏਰੀਏ ਦੀ ਗੱਲ, ਕਿੰਨੇ ਵਾਰੀ ਪਟੀਸ਼ਨਾਂ ਸਾਈਨ ਹੋਈਆਂ, ਕਿੰਨੀ ਵਾਰੀ ਗੱਲ ਹੋਈ। ਸੋ ਕੁਝ ਕਹਿ ਦਿੰਦੇ ਨੇ ਪ੍ਰੋਵਿੰਸ਼ੀਅਲ ਨੇ, ਕੁਝ ਕਹਿ ਦਿੰਦੇ ਨੇ ਫੈਡਰਲ ਨੇ। ਅਜੇ ਤੱਕ ਕਈਆਂ ਨੂੰ ਇਹ ਨਹੀਂ ਪਤਾ ਕਿ ਕਿਹੜਾ ਮਸਲਾ ਕਿਹੜੇ ਖੇਤਰ ਦੇ ਵਿੱਚ ਜੁਰੀਡਿਕਸ਼ਨ 'ਚ ਆਉਂਦਾ। ਇਹ ਕਿਸ ਨੇ ਖੋਜਣਾ? ਇਹ ਸਰਕਾਰਾਂ ਨੇ। ਆਪਸ ਵਿੱਚ ਤਾਲਮੇਲ ਰੱਖੋ, ਪ੍ਰੋਵਿੰਸ਼ੀਅਲ ਫੈਡਰਲ ਆਪਸ ਵਿੱਚ ਸੰਬੰਧ ਬਣਾਓ। ਸੋ ਇੰਨੇ ਥਾਵਾਂ ਤੋਂ ਸੜਕਾਂ ਦਾ ਟੁੱਟਿਆ ਹੋਣਾ ਅਤੇ ਇੰਨੇ ਹਾਦਸੇ ਹੋ ਜਾਣੇ, ਹੋਰ ਕਿੰਨੀਆਂ ਕੁ ਜਾਨਾਂ ਅਸੀਂ ਜਾਣ ਦਿਆਂਗੇ। 22 ਤਾਰੀਖ ਨੂੰ ਇੱਕ ਇਕੱਠ ਜਿਹੜਾ ਹੈ ਇਹਨਾਂ ਟਰੱਕਰਸ ਨੇ ਰੱਖਿਆ, ਜਿਸ ਨੂੰ ਅਸੀਂ ਬਕਾਇਦਾ ਤੌਰ 'ਤੇ ਚੈਨਲ ਪੰਜਾਬੀ ਦੇ ਮੰਚ ਤੋਂ ਵੀ ਸਪੋਰਟ ਦਿੰਦੇ ਹਾਂ, ਇਸ ਦੀ ਕਵਰੇਜ ਵੀ ਲਗਾਤਾਰ ਕਰ ਰਹੇ ਹਾਂ। ਪਰ ਜਦੋਂ ਇਹ ਸਾਰੀ ਘਟਨਾ ਨੂੰ ਗੁਰਪ੍ਰੀਤ ਸਿੰਘ ਜੀ ਅਸੀਂ ਦੇਖਦੇ ਹਾਂ ਤਾਂ ਲੱਗਦਾ ਕਿ ਇਹ ਜਿਹੜੀ ਜ਼ਿਆਦਤੀ ਅਤੇ ਧੱਕੇਸ਼ਾਹੀ ਹੈ, ਇਹ ਵੀ ਆਪਣੇ ਆਪ 'ਚ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ। ਦੇਖੋ, ਟਰੱਕਾਂ ਦੀ ਮੈਂ ਸਾਰੀ ਉਹ ਸੁਣਦਾ ਸੀ ਗੱਲਬਾਤ, ਅਤੇ ਮੈਂ ਉਹਨਾਂ ਦੇ ਬਿਆਨ ਵੀ ਪੜ੍ਹੇ ਅਖਬਾਰਾਂ 'ਚ ਅੱਜ ਸਵੇਰੇ। ਬੇਸਿਕਲੀ ਸਮੱਸਿਆ ਤਾਂ ਇੱਥੇ ਖੜੀ ਹੈ ਕਿ ਵੀ ਕਿੰਨੇ ਦਿਨ ਹੋ ਗਏ ਹੜ੍ਹ ਆਏ, ਸੜਕਾਂ ਦੀ ਤਬਾਹੀ ਹੋਈ। ਸੋ ਜਿਨ੍ਹਾਂ ਦਾ ਜੀਵਨ ਨਿਰਵਾਹ ਟਰੱਕਿੰਗ ਦੇ ਉੱਤੇ ਨਿਰਭਰ ਹੈ, ਉਹਨਾਂ ਨੇ ਗਿਲਾ ਕੀਤਾ ਇਸ ਗੱਲ ਦਾ ਕਿ ਵੀ ਉਹ ਮੁਰੰਮਤ ਜੇ ਨਹੀਂ ਹੋ ਰਹੀ ਤਾਂ ਅਸੀਂ ਇਹਨਾਂ ਔਖੀਆਂ ਪਰਿਸਥਿਤੀਆਂ 'ਚ ਕਿਵੇਂ ਆਪਣਾ ਕੰਮ ਕਰ ਸਕਦੇ ਹਾਂ। ਕੁਛ ਨੇ ਤਾਂ ਇਹ ਵੀ ਕਿਹਾ ਕਿ ਅਲਬਰਟਾ ਚੱਲ ਜਾਓ, ਅਤੇ ਅਲਬਰਟਾ ਦੇ ਵਿੱਚ ਸੜਕਾਂ ਦੀ ਹਾਲਤ ਬਿਹਤਰ ਹੈ BC ਨਾਲੋਂ। ਇੱਦਾਂ ਕਿਵੇਂ ਹੋਗਾ ਕਿ ਸੂਬੇ 'ਚ ਸਭ ਠੀਕ ਹੈ, ਇੱਥੇ ਸਭ ਠੀਕ ਨਹੀਂ ਗਾ। ਉਹਨਾਂ ਨੇ ਟਰਾਂਸਪੋਰਟ ਮਿਨਿਸਟਰੀ ਨੂੰ ਜਾ ਕੇ ਹਾੜੇ ਕੱਢੇ, ਉਹਨਾਂ ਨੇ ਕਹਿਤਾ ਵੀ ਠੇਕੇਦਾਰਾਂ ਨਾਲ ਮਿਲੋ। ਹੁਣ ਕਿਹੜੇ ਨੂੰ ਪਤਾ ਕਿਹੜੇ ਠੇਕੇਦਾਰ ਦਾ ਰੂਟ ਕਿਹੜਾ ਹੈ? ਤਾਂ ਕਰਕੇ ਉਹਨਾਂ ਦੇ ਮਨ 'ਚ ਰੋਹ ਹੈ। ਉਹ ਕਹਿੰਦੇ ਵੀ ਅਸੀਂ ਹੁਣ ਜਿਹੜਾ ਹੈ ਆਪਣਾ ਕੰਮ ਧੰਦਾ ਬੰਦ ਕਰਾਂਗੇ ਅਤੇ ਉਹ ਰੈਲੀ ਕੱਢਾਂਗੇ ਬਹੁਤ ਵੱਡੀ। ਸਰਕਾਰਾਂ ਦਾ ਫਰਜ਼ ਬਣਦਾ ਉਹਨਾਂ ਵੱਲ ਧਿਆਨ ਦੇਣਾ। ਖਾਸ ਤੌਰ 'ਤੇ ਫਿਰ ਉਹ ਗੱਲ ਘੁੰਮ ਫਿਰ ਕੇ ਕਿ ਕਿਰਤੀਆਂ ਦੀ ਸਰਕਾਰ ਹੈ ਜੀ। ਵਿਕਟੋਰੀਆ ਵਿੱਚ ਸਮੇਂ ਕਿਰਤੀਆਂ ਦੀ ਸਰਕਾਰ ਹੈ। ਟ੍ਰੇਡ ਯੂਨੀਅਨਿਸਟ ਕਹਾਉਂਦੇ ਆਪਣੇ ਆਪ ਨੂੰ, ਜਿਹੜੇ ਕਹਿੰਦੇ ਕਿ ਅਸੀਂ ਮਿਹਨਤਕਸ਼ਾਂ ਦੀ ਸਰਕਾਰ ਹੈ। ਆਹ ਟਰੱਕ ਵਾਲੇ ਮਿਹਨਤਕਸ਼ ਹੀ ਨੇ। ਕਿੰਨੇ ਕੁ ਵੱਡੇ ਧਨਾੜਦੇ ਹੋ ਜੇ ਉਹ ਔਖੀਆਂ ਘੜੀਆਂ 'ਚ ਕੰਮ ਕਰ ਰਹੇ ਨੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਆਪਣੇ ਇਹੋ ਜਿਹੇ ਕਾਨੂੰਨ ਲਿਆ ਰਹੇ ਹਾਂ ਕਿ ਜਿਹੜਾ ਕੰਮ ਦਾ ਮਾਹੌਲ ਸੁਰੱਖਿਅਤ ਹੋਵੇ ਕਾਮਿਆਂ ਦੇ ਲਈ। ਜੇ ਕਾਨੂੰਨ ਲਿਆ ਰਹੇ ਹੋ, ਇਹੋ ਜਿਹੀ ਗੱਲਾਂ ਕਰ ਰਹੇ ਹੋ, ਫਿਰ ਇਹਨਾਂ ਦਾ ਵੀ ਧਿਆਨ ਕਰੋ। ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਨੇ, ਇਹ ਵੀ ਤਾਂ ਕਿਰਤੀਆਂ ਨੇ। ਬਿਲਕੁਲ। ਸੋ ਇਹ ਜਿਹੜਾ ਮਤਲਬ ਕਿਰਤੀਆਂ ਦੀ ਸਰਕਾਰ ਉੱਤੇ ਰਿਫਲੈਕਸ਼ਨ ਬਹੁਤ ਮਾੜਾ, ਮੈਂ ਤਾਂ ਇਹ ਕਹੂੰਗਾ।
ਹੁਣ ਆਪਾਂ ਕਹੀ ਜਾਂਦੇ ਕਿ ਇੱਕ ਅਕਸਰ ਦੇਖਿਆ ਉਹਨਾਂ ਲਾਇਸੈਂਸ ਪਲੇਟਾਂ 'ਤੇ ਲਿਖਿਆ ਹੁੰਦਾ ਥਾਂ ਥਾਂ 'ਤੇ ਬੈਸਟ ਪਲੇਸ ਔਨ ਅਰਥ BC ਬਾਰੇ। ਹੁਣ ਬੈਸਟ ਪਲੇਸ ਦੇ ਹਾਲਾਤ ਇਹ ਨੇ ਕਿ ਸਰੀਪੁਰ ਹਸਪਤਾਲ ਵਿੱਚ ਇੱਕ ਮਾਂ ਜਾ ਕੇ ਫਰਸ਼ 'ਚ ਬੱਚੇ ਨੂੰ ਜਨਮ ਦੇ ਰਹੀ ਹੈ। ਬੈਸਟ ਪਲੇਸ ਔਨ ਅਰਥ ਦਾ ਹਾਲਾਤ ਇਹ ਨੇ ਕਿ ਜੀ ਇੱਥੇ ਆਪਣਾ ਪੈਰਾਮੈਡਿਕਸ ਵੀ ਹੈ ਨਹੀਂ ਗੇ, ਉਹ ਸੜਕਾਂ ਦੀ ਟੁੱਟ ਭੱਜ ਹੋਈ ਹੈ, ਮੁਰੰਮਤ ਅਜੇ ਤੱਕ ਹੋਈ ਨਹੀਂ। ਸੋ ਇਹ ਗੱਲਾਂ ਬੜੀਆਂ ਮਾੜਾ ਰਿਫਲੈਕਸ਼ਨ ਹੈ BC ਗੌਰਮੈਂਟ ਉੱਤੇ, ਇਹਨਾਂ ਨੂੰ ਸੋਚ ਵਿਚਾਰ ਲੈਣਾ ਚਾਹੀਦਾ। ਬਾਕੀ ਜਿਹੜਾ ਹੁੰਦਾ ਨਾ ਜੁਰਿਸਡਿਕਸ਼ਨ ਦਾ ਮਸਲਾ, ਕਿ ਪਤਾ ਨਹੀਂ ਜੀ ਕਿਹਦਾ ਮਸਲਾ ਹੈ, ਮਿਊਨਿਸਪਲ ਸਰਕਾਰ ਦਾ ਜਾਂ ਫੈਡਰਲ ਦਾ ਜਾਂ ਪ੍ਰੋਵਿੰਸ਼ੀਅਲ ਦਾ, ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈ। ਇੱਕ ਜਿਹੜਾ ਆਮ ਵਿਅਕਤੀ ਜਿਹਨੂੰ ਨਹੀਂ ਇਹਨਾਂ ਪੇਸ਼ੀਦਗੀਆਂ ਦਾ ਪਤਾ, ਉਹ ਕਿਸੇ ਕੋਲ ਵੀ ਜਾਊਗਾ ਜਿਹਨੂੰ ਉਸਨੇ ਵੋਟ ਪਾਈ ਹੋਈ ਹੈ, ਜਿਹਨੇ ਫਰਜ਼ ਕੀਤਾ ਕਿ ਅਸੀਂ ਸਿਟੀ ਕੌਂਸਲ ਨੂੰ ਵੋਟ ਪਾਈ ਹੈ, ਉਹਦੇ ਨਾਲ ਉਹਦਾ ਮਾੜਾ ਮੋਟਾ ਤਾਲਮੇਲ ਉਹਦੇ ਕੋਲ ਹੀ ਜਾਊਗਾ ਨਾ ਮਾਣ ਨਾਲ, ਕਿ ਜੀ ਮੈਂ ਮੁਸੀਬਤ 'ਚ ਹਾਂ। ਅਗਾਂਹ ਸਿਟੀ ਕੌਂਸਲ ਦਾ ਫਰਜ਼ ਇਹ ਬਣਦਾ ਕਿ ਚੱਲ ਕੋਈ ਨਹੀਂ, ਮੇਰੇ ਹੱਥ ਵਸ ਨਹੀਂਗਾ, ਪਰ ਮੈਂ MLA ਜਾਂ MP ਦਫ਼ਤਰ ਨੂੰ ਪਹੁੰਚ ਕਰੂੰਗਾ ਜਾਂ ਕਰਾਂਗੀ। ਜੇ ਉਹ MLA ਕੋਲ ਜਾਊਗਾ ਤਾਂ MLA ਨੇ ਵੀ ਅਗਾਂਹ ਇਹ ਦੇਖਣਾ ਕਿ ਵੀ ਇੱਕ ਕੇਸ ਕਿਹਦਾ, MLA ਦਾ ਫਰਜ਼ ਬਣਦਾ ਉਹਦੇ ਬਿਹਾਫ 'ਤੇ, ਵੋਟਰ ਦੇ ਬਿਹਾਫ 'ਤੇ ਜਿਹੜਾ ਸੰਬੰਧਿਤ ਮਹਿਕਮਾ ਉਹਦੇ ਕੋਲ ਜਾ ਕੇ ਐਡਵੋਕੇਸੀ ਕਰੇ। ਇਹ ਕਹਿ ਕੇ ਗੱਲ ਨਹੀਂ ਬਣਦੀ ਕਿ ਤੁਸੀਂ ਚੱਲ ਜਾਓ ਜੀ ਇੱਥੋਂ, ਇਹ ਸਾਡੇ ਵਾਸਤੇ ਕੁਛ ਹੈ ਹੀ ਕੁਛ ਨਹੀਂਗਾ। ਸੋ ਇਹ ਗੱਲਾਂ ਜਿਹੜੀਆਂ ਨੇ ਜੇ ਸਿਆਸਤ 'ਚ ਹੋ ਰਹੀਆਂ ਤਾਂ ਇਹ ਵੀ ਮਾੜੀ ਹੈ ਜੀ, ਕਿਉਂਕਿ ਜਿਹੜਾ ਸਿਆਸਤਦਾਨ ਹੈ ਜਿਹੜੇ ਮਰਜ਼ੀ ਲੈਵਲ ਦਾ ਹੋਵੇ, ਉਹ ਜਦੋਂ ਵੀ ਤੁਹਾਡੇ ਕੋਲ ਕੋਈ ਬੰਦਾ ਮੁਸੀਬਤ ਮਾਰਿਆ ਆਉਂਦਾ ਆ, ਤੁਸੀਂ ਉਹਦੀ ਕੇਸ ਨੂੰ ਸੁਣਨ ਬਾਅਦ ਇਹ ਦੇਖਣਾ ਕਿ ਇਸ ਕੇਸ ਦਾ ਹੱਲ ਕੌਣ ਕੱਢ ਸਕਦਾ। ਬਿਲਕੁਲ। ਜੇ ਮੇਰੇ ਹੱਥ ਪੱਲੇ ਕੁਛ ਨਹੀਂਗਾ, ਇਹ MLA ਦੀ ਡਿਊਟੀ ਬਣਦੀ ਹੈ ਜਾਂ MP ਦੀ ਜਾਂ ਉਹਦੀ, ਤੁਸੀਂ ਉਹਨੂੰ ਅਪਰੋਚ ਕਰ ਲਓ, ਉਹਨੂੰ ਤਸੱਲੀ ਹੋਵੇਗੀ, ਨਾਲੇ ਅਗਲੀ ਵਾਰੀ ਤੁਹਾਡੀ ਸਪੋਰਟ ਕਰੂਗਾ ਉਹ ਬੰਦਾ। ਇਹ ਗੱਲਾਂ ਤਾਂ ਬਹੁਤ ਮਤਲਬ ਮਾਮੂਲੀ ਜਿਹੀਆਂ ਗੱਲਾਂ, ਇਹ ਤਾਂ ਸਾਨੂੰ ਕਹਿਣ ਦੀ ਵੀ ਲੋੜ ਨਹੀਂ। ਪਰ ਜੇ ਦਸਤੂਰ ਹੀ ਬਣ ਗਿਆ ਵਾਲਾ ਕਿ ਮੈਨੂੰ ਨਹੀਂ ਪਤਾ ਜੀ ਇਹ ਮਸਲਾ ਕਿਹਦਾ ਜਾਂ ਸਾਡੇ ਜੁਰਿਸਡਿਕਸ਼ਨ ਹੈ ਨਹੀਂ, ਇਹ ਗੱਲ ਕਹਿਣ ਨਾਲ ਤੁਹਾਡੀ ਜਾਨ ਦੀ ਖਲਾਸੀ ਨਹੀਂ ਹੁੰਦੀ। ਜੇ ਤੁਸੀਂ ਪਬਲਿਕ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਹਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਵੋਟਰ ਦੇ ਕੋਲ ਬੜੀ ਤਾਕਤ ਹੁੰਦੀ ਹੈ, ਵੋਟਾਂ ਦੀ ਰਾਜਨੀਤੀ ਦੇ ਵਿੱਚ ਤੁਹਾਡੇ ਕੋਲ ਸੱਤਾ ਨੂੰ ਬਦਲਣ ਦੀ ਤਾਕਤ ਹੈ। ਤੁਹਾਡੀ ਇੱਕ ਵੋਟ ਕੀ ਫਰਕ ਪਾ ਸਕਦੀ ਹੈ, ਇਹ ਵੱਡੀ ਗੱਲ ਹੈ। ਹੁਣ ਇਸ ਵੇਲੇ ਜਦੋਂ ਅਸੀਂ ਇਸ ਸਮੇਂ ਦੇਖਦੇ ਹਾਂ ਕਿ ਸਰਕਾਰ ਵੋਟਾਂ ਪਾ ਕੇ ਤੁਸੀਂ ਬਣਾਈ ਹੈ, ਟਰੱਕਾਂ ਵਾਲੇ ਜਿਹੜੇ ਬਹੁਤਾਤ ਵੱਡੀ ਗਿਣਤੀ 'ਚ ਪਰਿਵਾਰ ਜਿਹੜੇ ਸਾਡੇ ਇਸ ਵੇਲੇ ਦਰਸ਼ਕ ਵੀ ਨੇ, ਪ੍ਰੋਗਰਾਮ 'ਚ ਵੀ ਸ਼ਾਮਲ ਨੇ, ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਵਿਰਲਾਪ 'ਚ ਦੁਖਾਂਤ 'ਚ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਅਸੁਰੱਖਿਅਤ ਕਿਸਮ ਦੀ ਡਰਾਈਵਿੰਗ ਦੇ ਵਿੱਚ ਦੀ ਲੰਘ ਰਹੇ ਨੇ ਉਹ, ਜਾਂ ਜਿਸ ਤਰ੍ਹਾਂ ਦੀਆਂ ਸੜਕਾਂ ਦੀਆਂ ਹਾਲਤਾਂ ਨੇ, ਜਾਂ ਓਵਰਆਲ ਇਸ ਇੰਡਸਟਰੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਏ। ਲੋਕਾਂ ਨੂੰ ਜਦੋਂ ਤੱਕ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਸ ਦੇ ਲਈ ਆਵਾਜ਼ ਉਠਾਉਣੀ ਹੈ, ਉਦੋਂ ਤੱਕ ਕੁਝ ਨਹੀਂ ਹੋਣਾ। ਰੋਏ ਬਗੈਰ ਮਾਂ ਵੀ ਦੁੱਧ ਨਹੀਂ ਦਿੰਦੀ, ਅਕਸਰ ਅਸੀਂ ਆਖਦੇ ਹਾਂ। ਹੁਣ ਅਸੀਂ ਇਸ ਗੱਲ ਨੂੰ ਸਮਝੀਏ ਕਿ ਜ਼ਰੂਰੀ ਨਹੀਂ ਕਿ ਜਿਸ ਪਰਿਵਾਰ 'ਚ ਕੋਈ ਟਰੱਕ ਚਲਾਉਂਦਾ ਉਸ ਨੇ ਹੀ ਬੋਲਣਾ। ਜਿਨ੍ਹਾਂ ਦਾ ਨਹੀਂ ਵੀ ਕੋਈ ਟਰੱਕ ਚਲਾਉਂਦਾ, ਟਰੱਕ ਰਾਹੀਂ ਸਪਲਾਈ ਹੁੰਦੀ ਹੈ, ਤੁਹਾਡੇ ਲਈ ਭੋਜਨ ਪਦਾਰਥ ਟਰੱਕ ਰਾਹੀਂ ਆਉਂਦੇ ਨੇ। ਤੁਹਾਡੀ ਕਾਰੋਬਾਰ ਹੈ, ਬਿਲਡਿੰਗ ਇੰਡਸਟਰੀ ਹੈ, ਡਿਵੈਲਪਰ ਹੋ, ਮਕਾਨ ਬਣਾ ਰਹੇ ਹੋ, ਕੰਸਟਰਕਸ਼ਨ ਕੁਝ ਵੀ ਹੈ, ਸਾਰਾ ਸਮਾਨ ਕਾਹਦੇ ਰਾਹੀਂ ਆਉਂਦਾ? ਟਰੱਕਾਂ ਰਾਹੀਂ। ਤੁਸੀਂ ਜੇ ਇਸ ਟਰੱਕ ਦੀ ਇੰਡਸਟਰੀ ਨੂੰ, ਜਿਹੜੀ ਕਿ ਅਸੀਂ ਬੈਕਬੋਨ ਕਹਿ ਸਕਦੇ ਹਾਂ BC ਦੀ, ਇਸ ਨੂੰ ਤੋੜ ਛੱਡਿਆ ਤਾਂ ਨਾ ਸਰਕਾਰ ਬਚੇਗੀ ਅਤੇ ਨਾ ਲੋਕ ਜਿਹੜੇ ਆਮ ਲੋਕ ਬਚਣਗੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦਾ ਫਰਜ਼ ਵੀ ਇਹ ਬਣਦਾ ਹੈ ਕਿ ਉਹ ਇਹੋ ਜਿਹੀਆਂ ਇਕੱਠ ਰੈਲੀਆਂ ਜਾਂ ਆਵਾਜ਼ ਉਠਾਉਣ ਲਈ ਪਟੀਸ਼ਨਾਂ ਉਹਨਾਂ 'ਤੇ ਬੋਲਣ, ਅਤੇ ਸਰਕਾਰ ਨੂੰ ਚਾਹੀਦਾ ਕਿ ਹਰ ਵਾਰ ਇਸ ਲਈ ਨਾ ਮਜਬੂਰ ਕਰਨ। ਇੱਕ ਵਾਰ ਤੁਹਾਨੂੰ ਵੋਟ ਪਾ ਕੇ ਉਹਦੇ 'ਤੇ ਸਾਈਨ ਕਰਕੇ, ਦਸਤਖਤ ਕਰਕੇ ਜਾਂ ਮੋਹਰ ਲਾ ਕੇ ਤੁਹਾਨੂੰ ਮੌਕਾ ਦੇ ਦਿੱਤਾ, ਹੁਣ ਹਰ ਕੰਮ ਕਰਾਉਣ ਲਈ ਤੁਹਾਡੇ ਅੱਗੇ ਹਾੜੇ ਕੱਢਣੇ ਪੈਣ, ਹਰ ਗੱਲ ਕਰਾਉਣ ਲਈ ਫਿਰ ਆਵਾਜ਼ ਉਠਾਉਣੀ ਪਵੇ। ਇਹਦਾ ਮਤਲਬ ਉਦੋਂ ਵੋਟ ਪਾਉਣ ਦਾ ਕੀ ਫਾਇਦਾ ਸੀ? ਜੇ ਆਹ ਕੁਛ ਹੀ ਕਰਨਾ ਹੈ ਤਾਂ ਫਿਰ ਤੁਹਾਡਾ ਫਾਇਦਾ ਕੀ ਹੈ? ਹਰ ਵਾਰੀ ਜੀ ਪਟੀਸ਼ਨਾਂ ਲਿਆਓ, ਕਿਉਂ ਬਈ? ਕਿੰਨੇ ਪਟੀਸ਼ਨਾਂ ਲਿਆਉਣ ਤੁਹਾਡੇ ਕੋਲ? ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ। ਵੋਟਾਂ ਵੇਲੇ ਤਾਂ ਤੁਸੀਂ ਕਹਿ ਦਿੰਦੇ ਹੋ ਸਾਰੇ ਟਰੱਕਾਂ ਵਾਲੇ ਸਾਨੂੰ ਵੋਟ ਪਾ ਦਿਓ ਜੀ, ਅਸੀਂ ਤੁਹਾਨੂੰ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਪਾਤੀਆਂ, ਇਹ ਤੋਂ ਵੱਧ ਹੁਣ ਜਾਣ ਲੈਣੀ ਹੈ ਉਹਨਾਂ ਦੀ, ਕੀ ਕਰਨਾ? ਜਿੰਨੀ ਤਕਲੀਫ ਦੇ ਵਿੱਚੋਂ ਦੀ ਉਹ ਲੰਘ ਰਹੇ ਨੇ, ਸਰਕਾਰ ਨੂੰ ਆਪਣੇ ਆਪ ਮੰਨਣਾ ਚਾਹੀਦਾ। ਅਤੇ ਕਿੱਡੀ ਵਾਜਬ ਗੱਲ ਹੈ ਕਿ ਤੁਸੀਂ ਇੱਕ ਦੂਜੇ ਦੀ ਜੂਰੀਡਿਕਸ਼ਨ ਦੀਆਂ ਗੱਲਾਂ ਕਰਦੇ ਹੋ। ਤੁਹਾਨੂੰ ਆਪ ਨੂੰ ਚਾਹੀਦਾ ਕਿ ਮਸਲਾ ਸਾਡੇ ਕੋਲ ਆ ਗਿਆ, ਹੁਣ ਸਾਡਾ ਫਰਜ਼ ਬਣਦਾ। ਇਹਦਾ ਮਤਲਬ ਇਕੱਲੇ ਸੈਕਟਰੀ ਕੋਲ ਜਾ ਕੇ ਦਫ਼ਤਰਾਂ 'ਚ ਧੱਕੇ ਖਾ ਕੇ ਫਿਰ ਅਸੀਂ ਕੰਮ ਕਰਾਉਣਾ, ਫਿਰ ਉੱਥੇ ਵੀ ਇਹ ਕੁਛ ਹੁੰਦਾ, ਇੱਥੇ ਵੀ ਉਹ ਕੁਛ, ਫਿਰ ਤਾਂ ਠੀਕ ਹੈ। ਫਿਰ ਫਰਕ ਵਾਲੀ ਕਿਹੜੀ ਗੱਲ ਹੋਈ? ਉੱਥੇ ਵੀ ਤਾਂ ਇੱਕ ਫਾਈਲ ਦੂਜੇ ਤੋਂ, ਦੂਜੇ ਤੀਜੇ ਤੋਂ ਜਾਂਦੀ ਹੈ, ਉੱਥੇ ਫਿਰਦੀ ਰਹਿੰਦੀ ਹੈ ਫਾਈਲ, ਅਤੇ ਉੱਥੇ ਲੋਕ ਧੱਕੇ ਖਾਂਦੇ ਰਹਿੰਦੇ ਨੇ, ਅਤੇ ਇੱਥੇ ਵੀ ਆਹ ਧੱਕੇ ਖਾਣ ਵਾਲੀ ਸਥਿਤੀ ਹੋਈ ਪਈ ਹੈ। ਸੋ ਜਿਹੜੇ ਵੀ ਸਾਡੇ ਮਿਨਿਸਟਰ ਨੇ ਜਾਂ ਜਿਹੜੇ ਸਾਡੇ ਭਾਈਚਾਰੇ 'ਚੋਂ ਵੀ ਨੇ ਜਿਹੜੇ ਰਿਪਰੈਜ਼ੈਂਟੇਟਿਵ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਇਹ ਗੱਲ ਚਾਹੀਦੀ ਹੈ। ਬਾਕੀਆਂ ਨੂੰ ਵੀ ਅਸੀਂ ਅਪਰੋਚ ਕਰੀਏ, ਕੋਈ ਆਓ ਨਹੀਂ ਕਿ ਅਸੀਂ ਉਹਨਾਂ ਨੂੰ ਹੀ ਕਹਿਣਾ, ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਕਿ ਨਸਲਵਾਦ ਨਾ ਹੋਵੇ, ਜੇ ਅਸੀਂ ਚਾਹੁੰਦੇ ਹਾਂ ਸਾਡੇ 'ਚ ਵਿਤਕਰਾ ਨਾ ਹੋਵੇ, ਤਾਂ ਸਾਨੂੰ ਸਾਰਿਆਂ ਕੋਲ ਹੀ ਜਾਣਾ ਚਾਹੀਦਾ। ਸਾਡੀਆਂ ਵੋਟਾਂ ਸਾਰਿਆਂ ਨੂੰ ਚਾਹੀਦੀਆਂ। ਵੋਟਾਂ ਵੇਲੇ ਉਹ ਨਹੀਂ ਕਹਿੰਦੇ ਵੀ ਤੁਸੀਂ ਨਾ ਪਾਓ, ਕਹਿੰਦੇ ਸਾਰੀਆਂ ਆਉਣ ਦਿਓ। ਅਤੇ ਜਦੋਂ ਆਵਾਜ਼ ਉਠਾਉਣੀ ਹੈ
ਉਦੋਂ ਤੂੰ ਆ ਤੇ ਤੂੰ ਨਾ ਆ, ਇਹ ਗੱਲ ਗਲਤ ਹੈ। ਇਹ ਹੋ ਰਹੀ ਹੈ, ਹੁਣ ਸ਼ਰੇਆਮ ਹੋ ਰਹੀ ਹੈ। ਅੱਧਿਆਂ ਨੂੰ ਤੁਸੀਂ ਸੱਦਾ ਦਿੰਦੇ ਹੋ ਕਿ ਤੁਹਾਡਾ ਕੰਮ ਕਰ ਦਿਆਂਗੇ, ਫਿਰ ਦੂਜਿਆਂ ਨੂੰ ਕਹਿੰਦੇ ਹੋ ਨਹੀਂ ਤੁਸੀਂ ਦੌੜ ਜਾਓ। ਸੋ ਟਰੱਕ ਇੰਡਸਟਰੀ ਬੜੀ ਤਕੜੀ ਇੰਡਸਟਰੀ ਹੈ, ਅਤੇ ਜੇ ਉਹ ਆਪਣੀ ਆਈ 'ਤੇ ਆ ਗਏ ਤਾਂ ਨਾਸੀ ਧੂੰਆਂ ਲਿਆ ਸਕਦੇ ਆ। ਇਹ ਗੱਲ ਸਰਕਾਰਾਂ ਨੂੰ ਵੀ ਪਤਾ ਹੈ। ਕਈ ਥਾਈਂ ਹੋਇਆ ਜੀ, ਜਦੋਂ ਸੜਕਾਂ 'ਤੇ ਟਰੱਕਾਂ ਵਾਲਿਆਂ ਨੇ ਕਿਤੇ ਪ੍ਰੋਟੈਸਟ ਜਾਂ ਆਪਣੀਆਂ ਹੜਤਾਲਾਂ ਕਰਤੀਆਂ ਨਾ, ਤਾਂ ਫਿਰ 1-2 ਦਿਨਾਂ ਦੇ ਵਿੱਚ ਧੂੰਆਂ ਨਿਕਲ ਜਾਂਦਾ। ਗੱਲ ਅਸਲ ਜਿਵੇਂ ਤੁਸੀਂ ਇਸ਼ਾਰਾ ਮਾਤਰ ਗੱਲ ਕਹੀ, ਉਹ ਬਿਲਕੁਲ ਸਹੀ ਹੈ। ਅਸੀਂ ਜਿਹੜਾ ਰੋਜ਼ ਖਾਣਾ ਖਾਂਦੇ ਹਾਂ ਜੀ, ਇਹ ਉਹਨਾਂ ਟਰੱਕਾਂ ਦੀ ਬਦੌਲਤ ਹੈ, ਟਰੱਕ ਵਾਲਿਆਂ ਦੀ, ਕਿ ਉਹ ਸਾਡੇ ਟੇਬਲ ਤੱਕ ਪਹੁੰਚਦਾ। ਅਜੇ ਪਿੱਛੇ ਤੋਂ ਕਿਸਾਨ ਮੋਰਚਾ ਸੀਗਾ, ਕਿੰਨੇ ਲੋਕਾਂ ਨੇ ਫੋਟੋਆਂ ਖਿੱਚੀਆਂ ਆਪਣੀਆਂ, ਬੜਾ ਹੁਬ ਕੇ ਟਵਿੱਟਰਾਂ 'ਤੇ ਪਾਇਆ ਹੋਇਆ, ਨੋ ਫਾਰਮਰਸ ਨੋ ਫੂਡ, ਬੜੀ ਸਪੋਰਟ ਕੀਤੀ ਉੱਥੇ ਦਿੱਲੀ ਬੈਠੇ ਕਿਸਾਨਾਂ ਵਾਸਤੇ। ਜੀ, ਤੁਹਾਡੇ ਜਿਹੜੇ ਆ ਟਰੱਕ ਚਲਾਉਣ ਵਾਲੇ ਨੇ, ਇਹ ਵੀ ਉਹਨਾਂ ਕਿਸਾਨਾਂ ਤੋਂ ਘੱਟ ਨਹੀਂ ਗਏ। ਜੇ ਕਿਸਾਨ ਖਾਣਾ ਜ਼ਮੀਨ 'ਚੋਂ ਕੱਢਦਾ ਹੈ, ਤੇ ਖਾਣਾ ਪਹੁੰਚਾਉਣ ਦੇ ਲਈ ਜਿਹੜਾ ਕੰਮ ਟਰੱਕ ਵਾਲੇ ਕਰਦੇ ਆ, ਜੀ, ਉਹਦਾ ਵੀ ਸਤਿਕਾਰ ਕਰੋ। ਸੋ ਅੱਜ ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਨੋ ਟਰੱਕਰਸ ਨੋ ਫੂਡ। ਜਿਹੜੇ ਕੱਲ੍ਹ ਤੱਕ ਬੜੇ ਤੁਸੀਂ ਨਾਅਰੇ ਮਾਰਦੇ ਸੀ, ਹੁਣ ਆਹ ਨਾਅਰਾ ਦਿਓ ਜੀ, ਔਰ ਧਿਆਨ ਦਿਓ ਇਸ ਪਾਸੇ। ਉਹ ਤਾਂ ਲੜਾਈ ਫਤਿਹ ਹੋ ਗਈ ਦਿੱਲੀ ਦੇ ਵਿੱਚ, ਹੁਣ ਇੱਥੇ ਕੀ ਹੋ ਰਿਹਾ? ਸੋ ਜਿਹੜੇ ਅੱਛੇ ਸਾਡੇ ਸਿਆਸਤਦਾਨ ਵੀ, ਜਿਨ੍ਹਾਂ ਨੂੰ ਬਹੁਤ ਡਰ ਸੀ ਦਿੱਲੀ ਦੇ ਕਿਸਾਨਾਂ ਵਾਸਤੇ, ਔਰ ਲੋਕਾਂ ਦੀ ਨਜ਼ਰਾਂ ਵਿੱਚ ਹੀਰੋ ਬਣ ਗਏ, ਜਿਨ੍ਹਾਂ ਨੇ ਟਵਿੱਟਰਾਂ ਦੇ ਉੱਤੇ, ਸੋਸ਼ਲ ਮੀਡੀਆ 'ਤੇ ਬਹੁਤ ਕਿਹਾ ਸੀ ਕਿਸਾਨਾਂ ਦੇ ਨਾਲ, ਨੋ ਫਾਰਮਰ ਨੋ ਫੂਡ ਅਕਸਰ ਸਭ ਨੇ ਲਿਖਿਆ ਹੁੰਦਾ ਸੀਗਾ। ਹੁਣ ਉਹ ਟਰੱਕਾਂ ਵਾਲੇ ਨਾਲ ਵੀ ਖੜਨ। ਬਿਲਕੁਲ, ਤੁਹਾਡੇ ਆਪਣੇ ਦੇਸ਼ ਦੇ ਟਰੱਕ ਚਾਲਕ ਨੇ, ਉਹਨਾਂ ਦੀ ਬਦੌਲਤ ਖਾਣਾ ਲੋਕਾਂ ਦੇ ਘਰਾਂ 'ਚ ਪਹੁੰਚ ਰਿਹਾ। ਬਿਲਕੁਲ। ਔਰ ਜਿਹੜੀ ਭਵਿੱਖਬਾਣੀਆਂ ਆ ਰਹੀਆਂ ਇਸ ਸਾਲ ਦੀਆਂ, ਉਹ ਤਾਂ ਬਹੁਤ ਭਿਆਨਕ ਨੇ ਕਿ ਇਸ ਸਾਲ ਦੇ ਵਿੱਚ ਖੁਰਾਕ ਬਹੁਤ ਮਹਿੰਗੀ ਹੋ ਜਾਣੀ ਹੈ। ਰਿਕਾਰਡ ਤੋੜ ਮਹਿੰਗਾਈ ਕੈਨੇਡਾ ਵਿੱਚ ਦਸਤਕ ਦੇ ਰਹੀ ਹੈ। ਸੋ ਜੇ ਇਹੀ ਹਾਲ ਰਿਹਾ ਤਾਂ ਫਿਰ ਮਹਿੰਗਾਈ ਵਧਣੀ ਹੈ। ਸਪਲਾਈ ਚੇਨ ਤਾਂ ਪਹਿਲਾਂ ਹੀ ਪ੍ਰਭਾਵਿਤ ਆ। ਸੋ ਇਹ ਪਹਿਲ ਦੇ ਆਧਾਰ 'ਤੇ ਪਹਿਲਾਂ ਸੜਕਾਂ ਠੀਕ ਕੀਤੀਆਂ ਜਾਣ, ਕਿ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੀ ਜਿਹੜੀ ਆਵਾਜਾਈ ਸੁਰੱਖਿਅਤ ਬਣਾਉਣ ਦੀ ਲਈ ਜੋ ਬਣਦਾ ਸਰਦਾ ਕੀਤਾ ਜਾਵੇ, ਤਾਂ ਜਾ ਕੇ ਇਹ ਚੀਜ਼ ਟਲ ਸਕਦੀ ਹੈ। ਨਹੀਂ ਤਾਂ ਸਮੱਸਿਆ ਮੁੜ ਆਵੇਗੀ। ਬਿਲਕੁਲ। ਸੋ ਇਹਦੇ ਬਾਰੇ ਹੁਣ ਸਰਕਾਰਾਂ ਸੋਚਣ। ਤੁਸੀਂ ਸਹੀ ਕਿਹਾ ਕਿ ਫਾਰਮਰਸ ਦੀਆਂ ਜਿਹੜੀਆਂ ਮੁਸ਼ਕਲਾਂ ਜਾਂ ਜਿਨ੍ਹਾਂ ਦੇ ਵਿੱਚੋਂ ਦੀ ਅਸੀਂ ਲੰਘੇ ਆ, ਇਹ ਗੱਲ ਆਵਾਜ਼ ਉੱਠੀ। ਅਸੀਂ ਅੱਜ ਟਰੱਕ ਇੰਡਸਟਰੀ ਦੀ ਵੀ ਦੇਖਦੇ ਹਾਂ, ਇਹ ਸਹੀ ਹੈ, ਨੋ ਟਰੱਕਰਸ ਨੋ ਫੂਡ, ਅਤੇ ਯਕੀਨਨ ਤੌਰ 'ਤੇ ਅੱਜ ਲੋੜ ਵੀ ਇਹੋ ਜਿਹੀ ਹੈ। ਪਰ ਜਿਹੜੇ ਫਾਰਮਰਸ ਸੀ, ਉਹਨਾਂ ਦੇ ਵੀ ਪਿਛਲੇ ਦਿਨੀਂ ਹੜ੍ਹਾਂ ਦੇ ਵਿੱਚ ਜੋ ਨੁਕਸਾਨ ਹੋਇਆ, ਜਿਹੜੇ ਫਾਰਮਰਸ ਜਿਨ੍ਹਾਂ ਦੀਆਂ ਪੂਰੀਆਂ ਜ਼ਮੀਨਾਂ ਤਬਾਹ ਹੋ ਗਈਆਂ, ਘਰ ਤਬਾਹ ਹੋ ਗਏ, ਹਜ਼ਾਰਾਂ ਹੀ ਏਕੜ ਜਿਹੜੀਆਂ ਜ਼ਮੀਨਾਂ ਨੂੰ ਨੁਕਸਾਨ ਹੋਇਆ, ਕਈਆਂ ਦਾ ਬਹੁਤ ਜ਼ਿਆਦਾ ਹੋਇਆ, ਕਈਆਂ ਦੀ ਸਾਰੀ ਫਸਲ ਅਤੇ ਮਕਾਨ ਜਿਹੜੇ ਆ ਬਿਲਕੁਲ ਇਸ ਵੇਲੇ ਖਤਮ ਹੋ ਗਏ। ਉਹ ਹਾੜੇ ਕੱਢ ਰਹੇ ਨੇ, ਉਹ ਆਵਾਜ਼ਾਂ ਉਠਾ ਰਹੇ ਨੇ, ਉਹ ਇਕੱਠ ਕਰ ਰਹੇ ਨੇ, ਬੋਲ ਰਹੇ ਨੇ। ਕੁਝ ਇੱਕ ਰਿਕਮੈਂਡੇਸ਼ਨ ਤਿਆਰ ਹੋਈਆਂ ਨੇ, ਪਰ ਅਜੇ ਤੱਕ ਕਾਫੀ ਕੁਝ ਨਹੀਂ ਹੋਇਆ। ਉਹ ਕਈਆਂ ਨੇ ਮੁਰੰਮਤ ਸ਼ੁਰੂ ਕੀਤੀ ਹੈ, ਪਰ ਇਸ ਹਾਲਾਤ ਦੇ ਵਿੱਚੋਂ ਦੀ ਲੰਘ ਰਹੇ ਨੇ। ਖਾਸ ਤੌਰ 'ਤੇ ਸੁਮਸ ਪ੍ਰੈਰੀ ਦਾ ਏਰੀਆ, ਐਬਸਪੋਰਟ ਤੋਂ ਲੈ ਕੇ ਜਦੋਂ ਅਸੀਂ ਜਾਂਦੇ ਹਾਂ ਸੁਮਸ ਵਾਲੇ ਪਾਸੇ ਨੂੰ, ਜਾਂ ਉਸ ਤੋਂ ਇਲਾਵਾ ਜਿੱਥੇ ਮੇਰਠ ਤੋਂ ਲੈ ਕੇ ਉਰਲੇ ਪਾਸੇ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਜੋ ਨੁਕਸਾਨ ਹੋਇਆ, ਅਜੇ ਵੀ ਲੋਕ ਉਸ ਗੱਲ ਦੇ ਲਈ ਭਰਪਾਈ ਨਹੀਂ ਹੋਈ, ਆਵਾਜ਼ ਉਠਾ ਰਹੇ ਨੇ। ਅਜੇ ਵੀ ਮਸਲਾ ਹੈ ਕਿ ਉਹਨਾਂ ਦੀ ਆਵਾਜ਼ ਕਦੋਂ ਸੁਣੀ ਜਾਏਗੀ। ਕਈ ਤਰ੍ਹਾਂ ਦੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਦਲੀਲਾਂ ਜਾਂ ਲੌਜਿਕ ਦਿੱਤੇ ਜਾਂਦੇ ਨੇ। ਉਹ ਆਪਣੇ ਆਪ 'ਚ ਗਲਤ ਨੇ। ਉਹ ਸਹੀ ਢੰਗ ਨਾਲ ਇਸ ਗੱਲ ਦੀ ਮੰਗ ਕਰ ਰਹੇ ਨੇ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਬਤੌਰ ਫਾਰਮਰਸ ਜੋ ਤਬਾਹ ਹੋਈਆਂ ਨੇ, ਸਾਨੂੰ ਉਹਦੇ ਅਕੋਰਡਿੰਗਲੀ ਕੁਝ ਨਾ ਕੁਝ ਦਿੱਤਾ ਜਾਵੇ। ਬਿਲਕੁਲ ਜਿਸ ਦਾ ਵੀ ਬਰਬਾਦੀ ਹੋਈ ਹੈ, ਜੇ ਕਿਸੇ ਨੇ ਕੋਈ ਜਾਨਵਰ ਪਾਲੇ ਸਨ ਜਾਂ ਉਸ ਦੇ ਕੋਲ ਕੁੱਕੜ ਸਨ, ਚਿਕਨ ਵਾਲਾ ਕੰਮ ਕਰਨ ਵਾਲੇ ਜਿਨ੍ਹਾਂ ਦੇ ਬਾਰਨ ਸਨ, ਉਹਨਾਂ ਦੇ ਜੇ ਜਿੰਨੇ ਨੁਕਸਾਨੇ ਗਏ ਉਨੇ ਉਹਨਾਂ ਨੂੰ ਉਹ ਦੇ ਦਿੱਤੇ ਗਏ। ਜਿਨ੍ਹਾਂ ਕੋਲੇ ਭੇਡਾਂ ਸਨ, ਜੇ ਪਾਲੀਆਂ ਹੋਈਆਂ ਸਨ, ਉਹ ਜਿੰਨੀਆਂ ਪਸ਼ੂ ਮਾਰੇ ਗਏ ਉਹਨੇ ਦੇ ਦਿੱਤੀਆਂ ਗਈਆਂ। ਹੁਣ ਜਿਨ੍ਹਾਂ ਦੀ ਫਸਲ ਹੈ 5 ਸਾਲ 7 ਸਾਲ ਪੁਰਾਣੀ, ਉਹਨੂੰ ਤੁਸੀਂ ਕਹੋ ਵੀ ਤੂੰ ਬੂਟੇ ਲੈ ਲਾ ਅਤੇ ਤੇਰਾ ਭਰਪਾਈ ਹੋ ਗਈ। ਨਹੀਂ, ਉਹ ਇੱਕ ਵਾਰ ਨਵੇਂ ਸਿਰਿਓਂ ਬੂਟੇ ਲਾਏਗਾ, 5 ਸਾਲ 'ਚ 7 ਸਾਲ 'ਚ ਬੂਟਾ ਉੱਥੇ ਪਹੁੰਚੇਗਾ, ਉਹਦੇ ਦੌਰਾਨ ਸਮਾਂ ਲੱਗੇਗਾ, ਉਹਨੂੰ ਖੁਰਾਕ ਦੇਣੀ ਪਏਗੀ, ਉਸ ਤੋਂ ਬਾਅਦ ਉਹ ਫਸਲ ਦੇਗਾ। ਸੋ ਉਹ ਕਿਵੇਂ ਮੁਕਾਬਲਾ ਹੋ ਗਿਆ? ਇਹ ਆਪਣੇ ਆਪ ਦੇ ਵਿੱਚ ਧੱਕਾ ਹੈ। ਅਤੇ ਇਹ ਵੀ ਗੱਲ ਦੇਖੋ ਕਿ ਕਿਸ ਤਰ੍ਹਾਂ ਜਿਹੜੀਆਂ ਉਹਨਾਂ ਜ਼ਮੀਨਾਂ ਦੀਆਂ ਕੀਮਤਾਂ ਜਿਹੜੀਆਂ ਵੈਲਿਊਜ਼ ਥੱਲੇ ਗਈਆਂ। ਹੁਣ ਐਜ਼ ਰਿਜ਼ਲਟ ਜਦੋਂ ਕੋਈ ਗੱਲ ਕਰਦਾ, ਅਗਲਾ ਕਹਿੰਦਾ ਫਲੱਡ ਜ਼ੋਨ 'ਚ ਹੈ, ਇਹ ਜੋ ਨੁਕਸਾਨ ਹੋਇਆ ਫਿਰ ਹੋ ਸਕਦਾ। ਕੀਮਤ ਜਿਹੜੀ ਹੈ ਉਹ ਅਸਰਦਾਇਕ ਹੋਈ ਹੈ। ਜੇ ਅਸੀਂ ਦੇਖਦੇ ਹਾਂ ਕਿ ਜਿੱਥੇ ਬੰਨ੍ਹ ਮਾਰ ਕੇ ਬਕਾਇਦਾ ਤੌਰ 'ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਸਨ, ਉਹ ਪ੍ਰੋਪਰ ਨਹੀਂ ਕੀਤੇ ਗਏ, ਅਤੇ ਉਸ ਤੋਂ ਬਾਅਦ ਨੁਕਸਾਨ ਹੋਇਆ। ਹੁਣ ਜੇ ਨੁਕਸਾਨ ਹੋ ਗਿਆ ਤਾਂ ਉਹਨਾਂ ਦੀ ਬਾਂਹ ਕਿਹਨੇ ਫੜਨੀ ਹੈ? ਉਸ ਨੂੰ ਇੱਕ ਥਾਂ ਤੋਂ ਦੂਜੇ ਥਾਂ ਲਟਕਾਈ ਜਾਣਾ, ਲੰਮਾ ਟਾਈਮ ਲਾਈ ਜਾਣਾ। ਲੋਕ ਅੱਜ ਮੰਗ ਕਰ ਰਹੇ ਨੇ ਸਾਨੂੰ ਰਾਹਤ ਮਿਲੇ। ਸੋ ਉਹ ਹੜ੍ਹ ਪੀੜਤ ਅੱਜ ਵੀ ਜਦੋਂ ਅਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਹਾਂ ਜਾਂ ਮਿਲਦੇ ਹਾਂ, ਉਹਨਾਂ ਦੇ ਬੱਚੇ ਜਿਸ ਤਰ੍ਹਾਂ ਦੇ ਖੌਫਜ਼ਦਾ ਨੇ ਜਾਂ ਜੋ ਸੋਚ ਰਹੇ ਨੇ, ਉਹਨਾਂ ਦਾ ਕਾਲਜਾ ਵੀ ਮੂੰਹ ਨੂੰ ਆਉਂਦਾ ਹੈ।
ਉਹ ਸੀ ਜੀ, ਮੈਂ ਵੀਡੀਓ ਵੇਖਦਾ ਸੀ ਜਿਹਨਾਂ ਲੋਕਾਂ ਦੇ ਘਰ ਗਰਕ ਗਏ ਪਾਣੀ ਥੱਲੇ। ਜੀ। ਬਹੁਤ ਅਫਸੋਸਨਾਕ, ਉਹ ਬੜਾ ਦਿਲ ਕਮਾਊ ਸੀ ਸਾਰਾ ਕੁਝ। ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਘਰ ਬਣਾਏ ਉਹ ਅੱਜ ਤਬਾਹ ਹੋ ਗਏ ਬਿਲਕੁਲ ਹੀ। ਜੀ। ਕਿੰਨਾ ਨੁਕਸਾਨ ਉਹਨਾਂ ਦਾ ਹੋਇਆ। ਦੇਖੋ ਉਸ ਵਿੱਚ ਇੱਕ ਤਾਂ ਲਾਅ ਸੂਟ ਤਾਂ ਉਹਨਾਂ ਨੇ ਫਾਈਲ ਕਰਨ ਦੀ ਤਿਆਰੀ ਕੀਤੀ, ਹਰਜਾਨਾ ਦਾ ਮੁਕੱਦਮਾ, ਦੇਖਦੇ ਹਾਂ ਉਹ 'ਚ ਨਿਕਲਦਾ ਕੀ। ਪਰ ਆਹ ਜਿਹੜਾ ਮਸਲਾ ਸੀ ਨਾ, ਜਿਹੜੇ ਹੜ੍ਹ ਜਿਨ੍ਹਾਂ ਹਾਲਾਤ ਵਿੱਚ ਆਏ ਨੇ, ਉਹਦੇ ਇੱਕ ਪਿੱਛੇ ਇੱਕ ਵੱਡੀ ਤਸਵੀਰ ਬਸ ਸਾਨੂੰ ਵੇਖਣ ਦੀ ਲੋੜ ਆ ਕਿ ਲਗਾਤਾਰ ਕਲਾਈਮੇਟ ਚੇਂਜ ਨੂੰ ਲੈ ਕੇ ਇਹ ਕਰੋਪੀਆਂ ਆ ਰਹੀਆਂ ਨੇ, ਅਗਾਂਹ ਵੀ ਆਉਣਗੀਆਂ। ਜੰਗਲ ਦੀ ਅੱਗਾਂ, ਸੋਕੇ ਵਰਗੇ ਹਾਲਾਤ, ਫਿਰ ਬਾਅਦ 'ਚ ਹੜ੍ਹ। ਸੋ ਇਹ ਸਾਰੇ ਲਈ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ। ਕਲਾਈਮੇਟ ਚੇਂਜ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਪਹਿਲ ਕਦਮੀਆਂ ਨਹੀਂ ਹੋ ਰਹੀਆਂ। ਜਿਹੜੀਆਂ ਪਹਿਲ ਕਦਮੀਆਂ ਹੋ ਰਹੀਆਂ ਉਹ ਬੜੀਆਂ ਗਲਤ ਕਿਸਮ ਦੀਆਂ ਨੇ। ਮਿਸਾਲ ਤੌਰ 'ਤੇ ਸਾਈਡ ਸੀ ਡੈਮ ਦੀ ਉਸਾਰੀ, ਇਹਦੀ ਕੋਈ ਲੋੜ ਨਹੀਂ ਸੀ। ਮਿਸਾਲ ਤੌਰ 'ਤੇ ਪੁਰਾਣੇ ਜੰਗਲ ਦੀ ਕਟਾਈ ਵੈਂਕੂਵਰ ਆਈਲੈਂਡ ਦੇ ਵਿੱਚ, ਇਹਨਾਂ ਚੀਜ਼ਾਂ ਕਰਕੇ ਸਮੱਸਿਆਵਾਂ ਪੈਦਾ ਹੋ ਰਹੀਆਂ। ਔਰ ਜਿਵੇਂ ਜਾਨਵਰ ਨਸ਼ਟ ਹੋ ਰਹੇ ਨੇ, ਖੁਰਾਕ ਸੰਕਟ ਪੈਦਾ ਹੋਊਗਾ। ਸੋ ਇਹ ਹਾਲਾਤ ਨੇ। ਹੁਣ ਹਾਲਾਤ ਇੰਨੇ ਭਿਆਨਕ ਬਣ ਚੁੱਕੇ ਨੇ ਕਿ ਜਿਵੇਂ ਹੁਣ ਦੇਖਿਆ ਹੋਣਾ ਕਿ ਟਾਪੂ 'ਚ ਕਿਤੇ ਜਵਾਲਾਮੁਖੀ ਫਟਿਆ ਅਤੇ ਟਫੀਨੋ ਤੱਕ ਵੀ ਸੁਨਾਮੀ ਦੀ ਵਾਰਨਿੰਗ ਸੀ। ਮੇਰਾ ਕਹਿਣ ਦਾ ਮਤਲਬ ਕਿ ਇਹੋ ਜਿਹੇ ਹਾਲਾਤ ਬਣ ਰਹੇ ਦੁਨੀਆ ਦੇ ਵਿੱਚ, ਜਿਵੇਂ ਕਰੋਪੀਆਂ ਆ ਰਹੀਆਂ, ਕਿ ਇੱਕ ਸਮਾਂ ਆਊਗਾ ਕਿ ਕੈਨੇਡਾ ਵਿੱਚ ਕਲਾਈਮੇਟ ਰਿਫਿਊਜੀ ਵੀ ਆਉਣ ਲਈ ਮਜਬੂਰ ਹੋਣਗੇ। ਕੁਦਰਤੀ ਕਰੋਪੀਆਂ ਕਰਕੇ ਜਿਹੜੇ ਲੋਕ ਘਰੋਂ ਬੇਘਰ ਹੋਣਗੇ, ਉਹ ਵੀ ਇੱਥੇ ਆ ਕੇ ਸ਼ਰਨ ਮੰਗਣ ਲਈ ਮਜਬੂਰ ਹੋਣਗੇ। ਸੋ ਇਹਨਾਂ ਦੇ ਲਈ ਸਰਕਾਰਾਂ ਨੂੰ ਚਾਹੀਦਾ ਕਿ ਪਹਿਲ ਕਦਮੀ ਬਣਾ ਕੇ ਤੇ ਇਹਨਾਂ ਮਸਲਿਆਂ ਦਾ ਹੱਲ ਕਰੇ। ਬਿਲਕੁਲ। ਕਿਉਂਕਿ ਜੋ ਇਹ ਮੱਲਮ ਪੱਟੀ ਹੋ ਰਹੀ ਨਾ, ਜੇ ਤੁਸੀਂ ਅੱਜ ਚਲੋ ਕੁੱਕੜ ਮਾਰ ਕੇ ਕੁੱਕੜ ਦੇਤੇ, ਕਦੋਂ ਦਾ ਕੁੱਕੜ ਦੇਈ ਜਾਓਗੇ? ਇਹ ਤਬਾਹੀ ਹੋਣੀ ਨਹੀਂ ਸੀ ਚਾਹੀਦੀ। ਇਹ ਤਬਾਹੀ ਟਲ ਸਕਦੀ ਸੀ ਜੇ ਤੁਹਾਡੀਆਂ ਨੀਤੀਆਂ ਠੀਕ ਹੁੰਦੀਆਂ। ਬਿਲਕੁਲ। ਨੀਤੀਆਂ ਦਾ ਸੱਤਿਆਨਾਸ਼ ਹੈ ਬਿਲਕੁਲ ਹੀ। ਬਾਕੀ ਜ਼ਾਹਰਾ ਤੌਰ 'ਤੇ ਜੋ ਇਹ ਸੁਣਨ 'ਚ ਆ ਰਿਹਾ ਕਿ ਬੰਦ ਦੇ ਟੁੱਟਣ ਦੇ ਅਸਾਰ ਸੀ, ਜੇ ਸੀ ਤਾਂ ਫਿਰ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਹ ਸਵਾਲ ਉੱਠਣੇ ਚਾਹੀਦੇ ਹੈ। ਪੜਤਾਲਾਂ ਹੋਣੀ ਚਾਹੀਦੀਆਂ ਇਸ ਬਾਰੇ। ਜਿਹੜੇ ਵੀ ਅਫਸਰ ਰਿਸਪੌਂਸੀਬਲ ਨੇ ਕੋਤਾਹੀ ਕਰਨ ਲਈ, ਉਹਨਾਂ ਦੀ ਜਵਾਬਦੇਹੀ ਜਿਹੜੀ ਹੈ ਤੈਅ ਕੀਤੀ ਜਾਵੇ। ਪਰ ਵੱਡਾ ਸਵਾਲ ਹੈ, ਕਲਾਈਮੇਟ ਚੇਂਜ ਵਰਗੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਔਰ ਉਸ ਨੂੰ ਅਸੀਂ ਅਣਜਾਣਪੁਣਾ ਜਿਹੜਾ ਵਿਖਾ ਰਹੇ ਹਾਂ ਆਪਣਾ, ਇਹ ਕੋਈ ਮਸਲੇ ਦਾ ਹੱਲ ਨਹੀਂ ਗਾ। ਸੋ ਮੱਲਮ ਪੱਟੀ ਕਰਨ ਦੀ ਥਾਂ 'ਤੇ ਦੂਰਅੰਦੇਸ਼ ਹੱਲ ਕੱਢੇ ਜਾਣੇ ਚਾਹੀਦੇ। ਉਹਦੇ ਲਈ ਸਾਡੀਆਂ ਸਰਕਾਰਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ ਔਰ ਸਹੀ ਪਹਿਲ ਕਦਮੀਆਂ ਦੀ ਲੋੜ ਹੈ। ਹੁਣ ਅੱਜ ਜਦੋਂ ਅਸੀਂ ਗੱਲ ਇੰਡਸਟਰੀ ਦੀ ਕਰਦੇ ਹਾਂ ਤਾਂ ਫਾਰਮਿੰਗ ਇੰਡਸਟਰੀ 'ਚ ਖਾਸ ਕਰਕੇ ਜਿਹੜੇ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈਲਥ ਸਰਵਿਸ ਦੀ ਗੱਲ ਕੀਤੀ, ਜਿਹੜੇ ਇਲਾਕਿਆਂ 'ਚ ਪੀੜਤ ਲੋਕ ਨੇ ਉਹਨਾਂ 'ਚ ਇਮੀਗ੍ਰੈਂਟ ਭਾਈਚਾਰਾ, ਟਰੱਕਿੰਗ ਦੀ ਗੱਲ ਕੀਤੀ, ਉਹ ਸੱਚ ਹੈ ਕਿ ਉਸ ਦੇ ਵਿੱਚ ਵੀ ਇਹ ਕਹਿ ਲਓ ਕਿ ਬਹੁਤਾਤ ਵੱਡੀ ਗਿਣਤੀ ਸਾਡੇ ਭਾਈਚਾਰੇ ਦੀ ਆਮਦ ਹੈ। ਅਤੇ ਜਿਹੜੀ ਆ ਫਾਰਮਿੰਗ ਦੇ ਵਿੱਚ ਵੀ ਨੁਕਸਾਨ ਹੋਇਆ, ਖਾਸ ਤੌਰ 'ਤੇ ਘਰਾਂ ਦੇ ਫਸਲਾਂ ਦਾ। ਉਹਨਾਂ 'ਚ ਐਬਸਪੋਰਟ, ਸਮੁਸ ਪ੍ਰੈਰੀ ਅਤੇ ਹੋਰ ਇਲਾਕੇ ਦੇ ਵਿੱਚ 80-90% ਜਿਹੜੇ ਲੋਕ ਨੇ ਇਹੀ ਨੇ ਜਿਹੜੇ ਸਾਡੇ ਭਾਈਚਾਰੇ ਦੇ ਪੀੜਤ ਲੋਕ, ਜਿਨ੍ਹਾਂ ਨੇ ਇੱਥੇ ਇਮੀਗ੍ਰੈਂਟ ਦੇ ਤੌਰ 'ਤੇ ਆ ਕੇ ਮਿਹਨਤ ਕਰਕੇ ਜੋ ਕਮਾਈ ਕੀਤੀ ਉਹ ਸਾਰੀ ਲਾ ਦਿੱਤੀ। ਅਤੇ ਲਿਟਰਲੀ ਉਹ ਜਦੋਂ ਜਿਵੇਂ ਦੇਖ ਰਹੇ ਸੀ ਅਸੀਂ ਵੀਡੀਓ ਦੇ ਵਿੱਚ, ਚੈਨਲ ਪੰਜਾਬੀ ਨੇ ਜਦੋਂ ਕਵਰ ਕੀਤਾ, ਤਾਂ ਉਹ ਲੋਕ ਰੋ ਰਹੇ ਸਨ, ਤਾਹਾਂ ਮਾਰ ਰਹੇ ਸਨ ਬੱਚੇ। ਅੱਜ ਲੋੜ ਹੈ ਕਿ ਠੀਕ ਹੈ, ਲਾਅ ਸੂਟ ਜਿਹੜੇ ਇੱਕ ਪਾਸੇ ਚੱਲਦਾ, ਇੱਕ ਪਾਸੇ ਸੰਘਰਸ਼ ਚੱਲ ਰਿਹਾ, ਪਰ ਜਿਹੜਾ ਇਸ ਵੇਲੇ ਤੁਰੰਤ ਰਾਹਤ ਦੇ ਵਿੱਚੋਂ ਸਹਿਯੋਗ ਮਿਲਣਾ ਚਾਹੀਦਾ, ਉਹ ਮਾੜਾ ਮੋਟਾ ਸਹਿਯੋਗ ਨਹੀਂ, ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਬਾਂਹ ਫੜੋ ਤਾਂ ਕਿ ਉਹ ਪੈਰਾਂ ਸਿਰ ਹੋ ਸਕਣ, ਖੜ੍ਹੇ ਹੋ ਸਕਣ। ਜੇਕਰ ਉਹ ਨਾ ਖੜ੍ਹੇ ਹੋ ਸਕੇ ਤਾਂ ਤਬਾਹੀ ਅਤੇ ਨੁਕਸਾਨ ਇਸੇ ਹੀ ਮੁਲਕ ਦਾ ਹੈ, ਇਸੇ ਹੀ BC ਦਾ ਹੈ। ਸੋ ਅਸੀਂ ਇਸ ਤਰ੍ਹਾਂ ਦਾ ਮਾਹੌਲ ਬਣਾਈਏ ਕਿ ਜੇ ਕਿਰਤੀਆਂ ਦੀ ਸਰਕਾਰ ਹੋਣ ਦੇ ਸਾਡੇ ਦਾਅਵੇ ਨੇ ਤਾਂ ਕਿਰਤੀਆਂ ਦੀ ਬਾਂਹ ਵੀ ਫੜੀ ਜਾਏ। ਅਫਸੋਸ ਇਸ ਗੱਲ ਦਾ ਹੁੰਦਾ ਹੈ, ਕਹਿਣ ਨੂੰ ਕਿਰਤੀ ਹਾਂ ਅਸੀਂ, ਪਰ ਕਿਰਤੀਆਂ ਦੇ ਵਿੱਚੋਂ ਦੀ ਅਸੀਂ ਉਹਨਾਂ ਦੇ ਦਰਦ ਨੂੰ ਮਹਿਸੂਸ ਨਹੀਂ ਕਰਦੇ। ਅਸੀਂ ਇੰਡਸਟਰੀ ਦੇ ਵਿੱਚ ਦੇਖਦੇ ਹਾਂ ਪੀੜਤ ਲੋਕ ਅੱਜ ਜਿਹੜੇ ਜ਼ਖਮੀ ਨੇ, ਅੱਜ ਜਿਹੜੇ ਪੀੜਤ ਨੇ, ਉਹਨਾਂ ਦੀ ਬਾਂਹ ਫੜਨੀ ਹੈ। ਅੱਜ ਜਿਹੜੇ ਲੋਕਾਂ ਨੂੰ ਲੋੜ ਹੈ ਉਹਨਾਂ ਦੀ ਬਾਂਹ ਫੜਨੀ ਹੈ। ਠੀਕ ਹੈ, ਮੋਮਬੱਤੀਆਂ ਜਗਾਉਣੇ ਆ, ਅੱਜ ਤੋਂ 40 ਸਾਲ ਪਹਿਲਾਂ ਜਿਹੜੇ ਮਾਰੇ ਗਏ, ਸ਼ਰਧਾਂਜਲੀਆਂ ਵੀ ਉੱਥੇ ਭੇਟ ਕਰੇ ਆਉਣੇ ਆ ਕਿ ਜੀ ਅੱਜ ਤੋਂ 20 ਸਾਲ ਪਹਿਲਾਂ ਫਲਾਣੇ ਥਾਂ 'ਤੇ ਇਸ ਤਰ੍ਹਾਂ ਹੋਇਆ, ਇਹ ਸੜਕ ਮਜ਼ਦੂਰ ਜਾਂ ਇਹ ਲੋਕ ਸਨ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਂ ਇਹ ਮਾਰੇ ਗਏ। ਉਹ ਠੀਕ ਹੈ, ਬਹੁਤ ਮਾੜੀ ਗੱਲ ਹੈ, ਉਸ 'ਤੇ ਹੰਝੂ ਬਹਾਓ, ਪਰ ਹੁਣ ਵਾਲੇ ਜਿਹੜੇ ਮਾਰੇ ਜਾ ਰਹੇ ਨੇ ਸੜਕਾਂ 'ਤੇ ਟਰੱਕ ਚਲਾਉਂਦੇ, ਉੱਥੇ ਥਾਂ 'ਤੇ ਸੜਕਾਂ ਟੁੱਟੀਆਂ, ਉੱਥੇ ਮਰ ਰਹੇ ਨੇ, ਇਹਨਾਂ ਲਈ ਫਿਰ 10 ਸਾਲ ਬਾਅਦ ਮੋਮਬੱਤੀਆਂ ਲੈ ਕੇ ਆ ਜਿਓ। ਇਹੀ ਕੁਛ ਕਰਨਾ ਅਸੀਂ। ਅੱਜ ਇਹਨਾਂ ਦੀਆਂ ਜਾਨਾਂ ਬਚਾ ਲਈਏ। ਜਿਹੜੇ ਪਹਿਲਾਂ ਵਿਕਟਮ ਹੋਏ ਨੇ ਉਹਨਾਂ ਦੇ ਜਾ ਕੇ ਅਫਸੋਸ ਕਰਨ ਦਾ ਮਕਸਦ ਇਹ ਹੋਣਾ ਚਾਹੀਦਾ ਕਿ ਮੁੜ ਕੇ ਇਸ ਤਰ੍ਹਾਂ ਦੇ ਕੋਈ ਪੀੜਤ ਨਾ ਹੋਣ। ਜਿਵੇਂ ਐਬਸਪੋਰਟ, ਜੇ ਇੱਕ ਹਾਦਸਾ ਵਾਪਰਿਆ ਖੇਤ ਮਜ਼ਦੂਰ ਔਰਤਾਂ ਦਾ, ਤਾਂ ਮਕਸਦ ਇਹ ਹੈ ਕਿ ਮੁੜ ਕੇ ਐਸੀ ਗੱਲ ਨਾ ਹੋਵੇ। ਜੇ ਪਹਿਲਾਂ ਕਦੇ ਮਜ਼ਦੂਰ ਜਾਂ ਕਿਰਤੀ ਮਾਰੇ ਗਏ ਕਿਸੇ ਦੁਕਾਨ ਦੇ ਵਿੱਚ, ਉੱਥੇ ਜਾ ਕੇ ਸਾਡਾ ਸ਼ਰਧਾ ਅਕੀਦਤ ਦਾ ਮਤਲਬ ਇਹ ਹੈ ਕਿ ਅਸੀਂ ਹੁਣ ਨਾ ਹੋਣ ਦਈਏ, ਪਰ ਉੱਥੇ ਅਸੀਂ ਜਾ ਸਕਦੇ ਹਾਂ। ਜਿਹੜੇ ਹੁਣ ਤੜਪ ਰਹੇ ਨੇ ਉਹਨਾਂ ਦੀ ਬਾਂਹ ਫੜ ਗਏ। ਹੁਣ ਜੇ ਇਹਨਾਂ ਨੂੰ ਵੀ ਯਾਦਗਾਰਾਂ ਹੀ ਬਣਾਉਣੀਆਂ ਬਾਅਦ 'ਚ ਇਹਨਾਂ ਦੀਆਂ, ਤਾਂ ਫਿਰ ਬਣਾਈ ਚੱਲੋ।
ਫਿਰ ਤਾਂ ਜਿੰਨੀਆਂ ਯਾਦਗਾਰਾਂ ਬਣਾਈ ਚੱਲੋ, ਬਸ ਇਸੇ ਕਰਕੇ ਹੀ ਅਸੀਂ, ਉਹ ਤਾਂ ਇੱਕ ਤਰ੍ਹਾਂ ਸਿਲਸਿਲਾ ਹੋ ਜਾਂਦਾ ਦੁਕਾਨਦਾਰੀ ਚਲਾਉਣ ਦਾ। ਜਿਉਂਦਿਆਂ ਦੀ ਬਾਂਹ ਫੜੀਏ, ਜੇ ਅਸੀਂ ਇਹਨਾਂ ਦੀ ਬਾਂਹ ਫੜਾਂਗੇ ਜਿਹੜੇ ਅੱਜ ਮਜ਼ਦੂਰ ਜਾਂ ਅੱਜ ਟਰੱਕਰਜ਼ ਇਸ ਤਰ੍ਹਾਂ ਦੀ ਆਵਾਜ਼ ਉਠਾ ਰਹੇ ਨੇ, ਉਹਨਾਂ ਦੇ ਜਾ ਕੇ ਮਸਲਿਆਂ ਨੂੰ ਨਜਿੱਠੋ, ਉਹਨਾਂ ਰੈਲੀਆਂ 'ਚ ਜਾਓ, ਉਹਨਾਂ ਇਕੱਠਾਂ 'ਚ ਜਾਓ, ਉਹਨਾਂ ਦੀ ਗੱਲ ਸੁਣੋ। ਅਫਸੋਸ ਇਸ ਗੱਲ ਦਾ ਹੈ ਗੁਰਪ੍ਰੀਤ ਸਿੰਘ ਜੀ, ਜਦੋਂ ਵੋਟਾਂ ਦੇ ਵੇਲੇ ਪੋਲੀਟੀਕਲ ਪਾਰਟੀਆਂ ਆਉਂਦੀਆਂ ਨੇ, ਉਹ ਕੁਝ ਇੱਕ ਖਾਸ ਕਿਸਮ ਦਾ ਮਾਹੌਲ ਨਿਰਧਾਰਿਤ ਕਰ ਲੈਂਦੀਆਂ ਨੇ, ਕੁਝ ਇੱਕ ਆਪਣੇ ਜਿਹੜੇ ਨੁਮਾਇੰਦਾ ਲੋਕ ਬਣਾ ਕੇ ਉਹ ਕੋਸ਼ਿਸ਼ ਕਰਦੀਆਂ ਨੇ ਕਿ ਮਸਲਾ ਹੱਲ ਹੋ ਜਾਏਗਾ, ਪਰ ਬਾਅਦ ਦੇ ਵਿੱਚ ਉਹ ਪਾਰਟੀਆਂ ਵਾਲੇ ਬਾਤ ਨਹੀਂ ਪੁੱਛਦੇ, ਅਤੇ ਉਹੀ ਲੋਕ ਜਿਹੜੇ ਤੜਫਦੇ ਨੇ ਫਿਰ ਲੋੜਾਂ ਦੇ ਮੁਤਾਬਕ ਆਵਾਜ਼ ਹੁੰਦੇ ਨੇ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਦੇਖੋ, ਇਸੇ ਕਰਕੇ ਐਕਟਿਵਿਜ਼ਮ ਦੀ ਲੋੜ ਤਾਂ ਰਹੂਗੀ ਨਾ। ਜੇ ਆਪਾਂ ਸਾਰਾ ਕੁਝ ਸਿਆਸਤ 'ਤੇ ਛੱਡ ਦਾਂਗੇ ਤੇ ਉਸ ਤੋਂ ਬਾਅਦ ਅਸੀਂ ਕਿਹਾ ਠੀਕ ਹੈ ਵੋਟ ਪਾਤੀ, ਸਾਡਾ ਕੰਮ ਖਤਮ ਹੋ ਗਿਆ, ਇਹੀ ਜੇ ਸੋਚਣ ਲੱਗ ਪਈਏ ਫਿਰ ਸਿਆਸਤਦਾਨ ਤਾਂ ਇਹੀ ਕੁਝ ਕਰਨਗੇ। ਐਕਟਿਵਿਜ਼ਮ ਦੀ ਲੋੜ ਤਾਂ ਇਸੇ ਕਰਕੇ ਆ ਜਿਹੜਾ ਹੁਣ ਟਰੱਕਾਂ ਉਹਨਾਂ ਨੂੰ ਕਰਨਾ ਪੈ ਰਿਹਾ, ਇਸੇ ਕਰਕੇ ਕਰਨਾ ਪੈ ਰਿਹਾ। ਸੋ ਜਵਾਬ ਤਲਬੀ, ਜਵਾਬਦੇਹੀ ਦੀ ਲੋੜ ਸਦਾ ਰਹੇਗੀ। ਬਾਕੀ ਹੁਣ ਮੈਨੂੰ ਕੋਈ ਹੈਰਾਨੀ ਗੱਲ ਨਹੀਂ ਵੀ ਜਿਵੇਂ ਹੁਣ ਇੱਕ ਵੱਖਰੇ ਕਿਸਮ ਦੀਆਂ ਇਲੈਕਸ਼ਨ ਆ ਰਹੀਆਂ, ਇੱਕ ਤਾਂ ਮਿਊਨਸਿਪਲ ਇਲੈਕਸ਼ਨ ਆ ਰਹੀ ਹੈ ਇਸ ਸਾਲ ਜੀ, ਫਿਰ ਲਿਬਰਲ ਪਾਰਟੀ ਲੀਡਰਸ਼ਿਪ ਦੌੜ ਵੀ ਚੱਲ ਰਹੀ ਹੈ, ਕਈ ਤਰ੍ਹਾਂ ਦੇ ਪੈਂਤੜੇਬਾਜ਼ੀਆਂ ਉੱਥੇ ਵੀ ਨੇ, ਉੱਥੇ ਵੀ ਭਰਮਾਉਣ ਦੀਆਂ ਗੱਲਾਂ ਹੋ ਰਹੀਆਂ। ਜੇ ਇਹ ਲੀਡਰ ਬਣ ਗਏ ਤਾਂ ਤੁਹਾਨੂੰ BC ਵਿੱਚ ਆਹ ਕਰਕੇ ਵਿਖਾਵਾਂਗੇ, ਸਬਕ ਜਵਾਬ ਵਿਖਾਏ ਜਾ ਰਹੇ। ਸੋ ਲੋਕ ਹਰ ਪਾਸੇ ਸਤਰਕ ਰਹਿਣ, ਸਾਰੀਆਂ ਪਾਰਟੀਆਂ ਦੇ ਪਿਛਲੇ ਟਰੈਕ ਰਿਕਾਰਡ ਚੈੱਕ ਕਰਨ, ਸਾਰੇ ਕੰਮਾਂ ਦਾ ਮੂਲਾਂਕਣ ਕਰਕੇ ਵੇਖਣਗੇ ਕਿਹੜੀ ਸਹੀ ਕਿਹੜੀ ਨਹੀਂ ਸਹੀ। ਪਰ ਇਸ ਵੇਲੇ ਤਾਂ ਮੈਂ ਸਮਝਦਾ ਕਿ ਜਿਹੜਾ ਕਲਾਈਮੇਟ ਚੇਂਜ ਦਾ ਮੁੱਦਾ ਜਿਹਦੇ ਕਰਕੇ ਸਮੱਸਿਆਵਾਂ ਪੈਦਾ ਹੋ ਰਹੀਆਂ, ਉਹਦੇ ਲਈ ਤਕਰੀਬਨ ਸਾਰੇ ਜ਼ਿੰਮੇਵਾਰ ਨੇ। ਸੋ ਇਸ ਦੇ ਉੱਤੇ ਸ਼ਿੱਦਤ ਨਾਲ ਲੋਕਾਂ ਨੂੰ ਮੁੱਦੇ ਆਪਣੇ ਹੱਥ 'ਚ ਲੈਣੇ ਚਾਹੀਦੇ। ਔਰ ਲੋਕਾਂ ਨੂੰ ਦੇਖੋ, ਇੱਕ ਨਾ ਪਿੱਛੇ ਰਿਪੋਰਟ ਆਈ ਬੜੀ ਦਿਲਚਸਪ ਜੀ, ਜਿਹੜੇ ਸਾਡੇ ਇੱਥੋਂ ਦੇ ਜਿੰਨੀਆਂ ਵੀ ਅਕੈਡਮੀਜ਼ ਨੇ ਉਹਨਾਂ ਦੀ ਕੌਂਸਲ ਬਣੀ ਹੋਈ ਹੈ, ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਕਲਾਈਮੇਟ ਚੇਂਜ ਬਾਰੇ, ਜਿਸ 'ਚ ਸਾਫ਼ ਲਿਖਿਆ ਕਿ ਜਿਹੜੇ ਮੂਲ ਵਾਸੀ ਨੇ ਉਹਨਾਂ ਦੇ ਕੋਲ ਪੂੰਜੀ ਹੈ ਸਮੱਸਿਆ ਦੀ, ਉਹਨਾਂ ਨੂੰ ਅਗਵਾਈ ਦਿਓ, ਉਹਨਾਂ ਨੂੰ ਮਦਦ ਦਿਓ, ਉਹਨਾਂ ਦੀ ਸੁਣੋ ਜੇ ਕਲਾਈਮੇਟ ਚੇਂਜ ਤੋਂ ਨਿਜਾਤ ਪਾਉਣੀ ਹੈ। ਪਰ ਕਿੰਨੇ ਕੁ ਧਿਆਨ ਦੇ ਰਹੇ ਜੀ। BC ਵਿੱਚ NDP ਦੀ ਸਰਕਾਰ ਹੈ, ਪੁਰਾਣੇ ਜੰਗਲ ਦੀ ਕਟਾਈ ਹੋ ਰਹੀ ਹੈ, ਸਾਈਡ ਡੈਮ ਬਣ ਰਿਹਾ, ਕੀ ਧਿਆਨ ਦਿੱਤਾ ਜਾ ਰਿਹਾ? ਸਾਡੇ ਪ੍ਰਧਾਨ ਮੰਤਰੀ ਤੇ ਭੁੱਬਾਂ ਮਾਰ ਰੋਂਦੇ ਕਿ ਅਤੀਤ 'ਚ ਮੂਲ ਵਾਸੀਆਂ ਨਾਲ ਬਹੁਤ ਜ਼ਿਆਦਤੀਆਂ ਹੋਈਆਂ, ਸਾਨੂੰ ਬੜਾ ਅਫਸੋਸ ਹੈ। ਅਤੇ ਹੁਣ ਸੁਣ ਲਓ ਉਹਨਾਂ ਦੀ ਪਾਈਪ ਲਾਈਨਾਂ ਤੁਸੀਂ ਕੱਢਣ ਡਏ ਹੋ ਬਿਨਾਂ ਗੱਲ 'ਤੇ, ਆਪਣੀ ਮਰਜ਼ੀ ਕਰ ਰਹੇ ਹੋ, ਉਹਨਾਂ ਦੀ ਸੁਣਨ ਦੀ ਥਾਂ 'ਤੇ ਆਪਣੀ ਮਰਜ਼ੀ ਕਰ ਰਹੇ ਹੋ। ਕਾਰਪੋਰੇਟ ਘਰਾਣੇ ਜੋ ਕਰਵਾ ਰਹੇ ਉਹ ਤੁਸੀਂ ਕਰ ਰਹੇ ਹੋ। ਔਰ ਇਹ ਦੋਨੇ ਪਾਰਟੀਆਂ ਅਗਾਂਹਵਧੂ ਨੇ, ਫੈਡਰਲ ਲਿਬਰਲ ਪਾਰਟੀ ਅਤੇ NDP ਜੀ। ਸੋ ਮੂਲ ਵਾਸੀਆਂ ਬਾਰੇ ਜਿਹੜੀ ਰਿਪੋਰਟ ਮੈਂ ਤਾਂ ਹਵਾਲਾ ਦੇ ਰਿਹਾ ਕਿ ਵੀ ਇਹ ਅਖੀਰ 'ਚ ਲੋਕਾਂ ਨੂੰ ਹੀ ਅਗਵਾਈ ਲੈਣੀ ਪਏਗੀ ਤਾਂ ਇਹ ਮਸਲੇ ਹੱਲ ਹੋਣਗੇ। ਸਿਰਫ ਵੋਟ ਪਾ ਕੇ ਇਹਨਾਂ ਨੂੰ ਤੁਸੀਂ ਸੱਤਾ 'ਚ ਬਿਠਾ ਦਿੰਦੇ ਹੋ, ਉਹਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਧੰਨਵਾਦ ਤੁਹਾਡੇ ਵਿਚਾਰਾਂ ਲਈ, ਹਾਰਦਿਕ ਸ਼ੁਕਰੀਆ ਜੀ। ਅਖੀਰ ਦੇ ਵਿੱਚ ਇੱਕੋ ਹੀ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਆਓ ਜਾਗਰੂਕ ਹੋਈਏ। ਪਹਿਲਾਂ ਤਾਂ ਅਸੀਂ ਖੁਦ ਜਾਗਰੂਕ ਹੋਈਏ, ਜਿੱਥੇ ਹੱਕਾਂ ਦਾ ਘਾਣ ਹੁੰਦਾ ਉੱਥੇ ਬੋਲੀਏ। ਸਰੀ ਮੈਮੋਰੀਅਲ ਹਸਪਤਾਲ ਇਕੱਲਾ ਸਰੀ ਨਹੀਂ, ਹੋਰਾਂ ਥਾਂ 'ਤੇ ਵੀ ਇਸ ਤਰ੍ਹਾਂ ਹੋ ਰਿਹਾ ਹੋਏਗਾ। ਆਓ ਰਿਪੋਰਟ ਕਰੋ, ਮੀਡੀਆ ਨੂੰ ਦੱਸੋ ਜਾਂ ਇਸ ਦੀ ਕੰਪਲੇਂਟ ਦਰਜ ਕਰਾਓ। ਦੂਸਰਾ ਇਹ ਹੈ ਕਿ ਟਰੱਕਾਂ ਵਾਲੇ ਜਿਸ ਤਰ੍ਹਾਂ ਸਾਡੇ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ, ਜਦੋਂ ਆਵਾਜ਼ ਦਿੰਦੇ ਨੇ ਉੱਠੋ, ਉੱਠ ਕੇ ਉਹਨਾਂ ਦੀ ਬਾਂਹ ਫੜੋ ਅਤੇ ਉਹਨਾਂ ਦੇ ਨਾਲ ਇੱਕਮਿਕ ਹੋਵੋ। ਇਹ ਗੱਲ ਨੂੰ ਮਹਿਸੂਸ ਕਰਦੇ ਹੋਏ ਕਿ ਅਸੀਂ ਹੱਕ ਲਈ ਲੜਨਾ ਹੈ। ਕਿਸਾਨ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਉੱਜੜ ਗਈਆਂ, ਘਰ ਉੱਜੜ ਗਏ, ਉਹਨਾਂ ਦੇ ਲਈ ਜਿੰਨਾ ਹੋ ਸਕਦਾ ਰਾਹਤ ਕਾਰਜ, ਜੇ ਵਿਅਕਤੀਗਤ ਤੌਰ 'ਤੇ ਜਿਨ੍ਹਾਂ ਨੇ ਕੀਤਾ ਸ਼ਾਬਾਸ਼ ਹੈ, ਕੁਝ ਸੰਸਥਾਵਾਂ ਨੇ ਕੀਤਾ ਬਹੁਤ ਚੰਗੀ ਗੱਲ ਹੈ, ਪਰ ਫਰਜ਼ ਸਰਕਾਰਾਂ ਦਾ ਬਣਦਾ ਹੈ। ਅਸੀਂ ਕਦੇ ਵੀ ਕੈਨੇਡਾ ਆ ਕੇ ਇਹ ਨਾ ਸੋਚੀਏ ਕਿ ਉੱਥੋਂ ਜਿੱਥੋਂ ਆਏ ਆ ਉੱਥੇ ਤਾਂ ਹਾਲਤ ਬਹੁਤ ਮਾੜੀ ਸੀ, ਚੱਲ ਇੱਥੇ ਆ ਗਏ ਇਹਨੇ ਨਾਲ ਸਬਰ ਕਰ ਲਈਏ। ਨਹੀਂ, ਅਸੀਂ ਬਿਲਕੁਲ ਬਰਾਬਰ ਦੇ ਸ਼ਹਿਰੀ ਬਣਨਾ, ਬਰਾਬਰ ਦੇ ਹੱਕਾਂ ਲਈ ਲੜਨਾ। ਬਰਾਬਰ ਯੋਗਦਾਨ ਪਾ ਰਹੇ ਹਾਂ ਤਾਂ ਕਿਉਂ ਨਾ ਲੜੀਏ, ਬਰਾਬਰ ਟੈਕਸ ਦੇ ਰਹੇ ਹਾਂ ਤਾਂ ਕਿਉਂ ਨਾ ਲੜੀਏ। ਬਰਾਬਰ ਖੜਨ ਦੀ ਸਾਡੀ ਸਮਰੱਥਾ ਹੋਣੀ ਚਾਹੀਦੀ ਹੈ। ਜਦੋਂ ਅਸੀਂ ਇਹੋ ਜਿਹੀ ਸੋਚ ਰੱਖਦੇ ਹਾਂ ਕਿ ਚਲੋ ਕੋਈ ਨਹੀਂ ਇੰਨਾ ਹੀ ਬਹੁਤ ਹੈ, ਇਹ ਗੱਲ ਗਲਤ ਹੈ। ਇਹਦੇ ਨਾਲ ਅਸੀਂ ਆਪ ਮੌਕਾ ਦਿੰਦੇ ਹਾਂ ਕਿ ਸਾਡੇ ਨਾਲ ਦਰਾਂਜਗੀ ਹੋਵੇ, ਸਾਡੇ ਨਾਲ ਵਿਤਕਰਾ ਹੋਵੇ। ਆਓ ਅਸੀਂ ਇੱਕ ਪੱਧਰ 'ਤੇ ਵਿਚਰੀਏ ਅਤੇ ਸੱਚਮੁੱਚ ਮਨੁੱਖੀ ਸੋਚ ਇਹੀ ਹੈ ਕਿ ਸਾਰਿਆਂ ਨੂੰ ਬਰਾਬਰ ਜਿਉਣ ਦਾ ਹੱਕ ਹੋਵੇ ਅਤੇ ਸਾਰੇ ਹੀ ਖੁਸ਼ਗਵਾਰ ਜ਼ਿੰਦਗੀ ਬਸਰ ਕਰ ਸਕਣ। ਇਹਨਾਂ ਵਿਚਾਰਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।